ਹਾਲੇ ਤੱਕ ਵੀ ਸੁਪਰੀਮ ਕੋਰਟ ਦੇ ਵਿੱਚ ਇਹਦੇ ਨਾਲ ਸੰਬੰਧਿਤ ਕੇਸ ਪੈਂਡਿੰਗ ਨੇ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਖੇਤੀ ਨਾਲ ਜੁੜੇ ਹੋਏ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਆ ਉਹ ਕਿਸਾਨ ਨੂੰ ਹੈ। ਜਿਹੜਾ ਮਰਜ਼ੀ ਖਰੀਦੇ, ਜਿਹੜਾ ਮਰਜ਼ੀ ਸਟੋਰ ਕਰੇ, ਕਿਸਾਨ ਨੂੰ ਉਹਦੀ ਲਾਗਤ ਮਿਲਣੀ ਚਾਹੀਦੀ ਹੈ। ਆਖਰੀ ਮੁਲਾਕਾਤ ਤੋਂ ਬਾਅਦ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਤਦ ਕਰਾਂਗੇ ਜੇਕਰ ਤੁਸੀਂ ਸਾਡੀ ਜਿਹੜੀ ਆ ਮੰਗ ਜਿਹੜੀ ਆ ਉਹ ਮੰਨ ਲਓਗੇ। ਇਹ ਬਿਲਕੁਲ ਇੱਕ ਉਲਟੀ ਗੱਲ ਸੀ। ਚਾਹੇ ਉਹ ਤੋਮਰ ਸਾਹਿਬ ਸੀ, ਚਾਹੇ ਅਮਿਤ ਸ਼ਾਹ ਨਾਲ ਇੱਕ ਮੁਲਾਕਾਤ ਸੀ, ਚਾਹੇ ਉਹ ਪਿਊਸ਼ ਗੋਇਲ ਸੀ, ਚਾਹੇ ਉਹ ਸੋਮ ਪ੍ਰਕਾਸ਼ ਸੀ, ਤੇ ਚਾਹੇ ਉਹਨਾਂ ਦੇ ਸੈਕਟਰੀ ਅੰਡਰ ਸੈਕਟਰੀ IAS ਆਫੀਸਰ ਸੀ, ਉਹ ਸਾਰੇ ਹੀ ਕਹਿੰਦੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਸਾਡੀ ਇੱਜ਼ਤ ਜਿਹੜੀ ਆ ਰੱਖ ਲਓ, ਇਸ ਖਾਲੀ ਡੱਬੇ ਨੂੰ ਰਹਿਣ ਦਿਓ, ਵਿੱਚੋਂ ਸਾਰਾ ਕੁਝ ਹੀ ਉਹ ਕੱਢ ਦਿੰਦੇ ਆ। ਕਿਸਾਨਾਂ ਨੇ ਵੀ ਉੱਥੋਂ ਨਿਰਾਸ਼ ਹੋ ਕੇ ਜਿਹੜੀ ਸੀ ਆਪਣੀ ਜੀਵਨ ਲੀਲਾ ਖਤਮ ਕੀਤੀ, ਤੇ ਉੱਥੋਂ ਫਿਰ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਵੀ ਇਹ ਗੱਲ ਕਹਿਣੀ ਪਈ ਕਿ ਸਾਨੂੰ ਇਦਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਅਸੀਂ ਚੜ੍ਹਦੀ ਕਲਾ ਦੇ ਲੋਕ ਹਾਂ ਤੇ ਅਸੀਂ ਇੱਕ ਸੰਘਰਸ਼ ਵੱਲ ਹਾਂ, ਤੇ ਸੰਘਰਸ਼ ਸਾਨੂੰ ਕਦੀ ਵੀ ਮੌਤ ਦਾ ਰਸਤਾ ਜਿਹੜਾ ਆ ਉਹ ਨਹੀਂ ਦਿਖਾਉਂਦਾ। ਲਖੀਮਪੁਰ ਖੀਰੀ ਵਾਲੀ ਘਟਨਾ ਨੇ ਵੀ BJP ਨੂੰ ਬਹੁਤ ਜ਼ਿਆਦਾ ਸ਼ਰਮਸਾਰ ਕੀਤਾ, ਤੇ ਇਸ ਅੰਦੋਲਨ ਨੂੰ ਇੱਕ ਵਾਰ ਫਿਰ ਪਹਿਲੀਆਂ ਸਫਾਂ ਦੇ ਵਿੱਚ ਲੈ ਕੇ ਆਉਣ ਵਾਲੀ ਉਹ ਘਟਨਾ ਜਿਹੜੀ ਬਣੀ। ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਤੇ ਕੈਬਨਿਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਇੱਕ ਕਮੇਟੀ ਜਿਹੜੀ ਆ ਬਣਾ ਦਿੱਤੀ ਜਾਵੇਗੀ, ਜਿਹਦੇ ਵਿੱਚ ਕਿਸਾਨਾਂ ਦੇ ਆਗੂ ਵੀ ਸ਼ਾਮਲ ਹੋਣਗੇ, ਜਿਹੜੀ MSP ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਕਰ ਸਕੇਗੀ। ਏਕਤਾ ਦੀ ਜਿੱਤ ਹੁੰਦੀ ਆ ਜਦੋਂ ਤੁਸੀਂ ਸਹੀ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਯਤਨ ਕਰਦੇ ਆ। ਜੇਕਰ ਅਸੀਂ ਸ਼ਾਂਤਮਈ ਰਹਾਂਗੇ ਤਾਂ ਅਸੀਂ ਜਿੱਤਾਂਗੇ, ਨਹੀਂ ਤਾਂ ਮੋਦੀ ਜਿੱਤੇਗਾ। ਪੰਜਾਬ ਦੀਆਂ ਸਮੱਸਿਆਵਾਂ ਵੱਖਰੀਆਂ ਨੇ, ਪੰਜਾਬ ਦੇ ਲੋਕ ਵੱਖਰੇ ਨੇ, ਪੰਜਾਬ ਦਾ ਕਲਚਰ ਵੱਖਰਾ ਹੈ। ਪੰਜਾਬ ਲਈ ਇਸ ਕਰਕੇ ਮਾਡਲ ਵੀ ਪੰਜਾਬ ਦਾ ਹੀ ਹੋਣਾ ਚਾਹੀਦਾ। ਅੱਧੀ ਤੋਂ ਜ਼ਿਆਦਾ ਆਬਾਦੀ ਸਿੱਧੀ ਖੇਤੀ ਨਾਲ ਜੁੜੀ ਹੋਈ ਆ। ਜੇ ਇਸ ਆਬਾਦੀ ਨੂੰ ਤੁਸੀਂ ਖੇਤੀ ਤੋਂ ਵਿਰਵਾ ਕਰਕੇ ਕੁਝ ਨਿੱਜੀ ਹੱਥਾਂ ਦੇ ਵਿੱਚ ਸਾਰੀ ਦੀ ਸਾਰੀ ਖੇਤੀ ਦੇ ਦੋਗੇ, ਤਾਂ ਆਬਾਦੀ ਜਿਹੜੀ ਆ ਉਹ ਇਸ ਖੇਤੀ ਨਾਲ ਜਿਹੜੀ ਜੁੜੀ ਹੋਈ ਆ ਉਹ ਕੀ ਕੰਮ ਕਰੂ। ਕੁਰਸੀ ਮਿਲੀ ਸੀ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਨਾ ਮਿਲੇ ਜਾਂ ਇਹ ਖੁੱਸ ਜਾਵੇ। 90 ਸਾਲ ਤੋਂ ਉੱਪਰ ਉਮਰ ਹੋ ਗਈ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਵੀ ਚਾਹੁੰਦੇ ਨੇ ਕਿ, ਉਹ ਵੀ ਕਹਿੰਦੇ ਨੇ ਕਿ ਮੈਂ 6ਵੀਂ ਵਾਰ ਵੀ ਮੁੱਖ ਮੰਤਰੀ ਬਣ ਸਕਦਾ ਤੇ ਮੈਂ ਬਣਨਾ ਚਾਹੁੰਦਾ। ਸੁਖਬੀਰ ਸਿੰਘ ਬਾਦਲ ਨੇ ਅੱਜ ਗੱਲ ਕੀਤੀ ਕਿ ਇਹ ਮਾਈਨਿੰਗ ਦੀਆਂ ਗੱਲਾਂ ਕਰਦੇ ਨੇ, ਤੇ ਰੋਪੜ ਜਾ ਕੇ ਕਿਸੇ ਕੋਲੋਂ ਪੁੱਛ ਲਓ, ਤੇ ਮਾਈਨਿੰਗ ਸਭ ਤੋਂ ਜ਼ਿਆਦਾ ਚੰਨੀ ਸਾਹਿਬ ਆਪ ਉਹਦੇ ਵਿੱਚ ਲਿਬੜੇ ਹੋਏ ਨੇ। ਇੱਕ ਗੱਲ ਬਿਲਕੁਲ ਦਰੁਸਤ ਆ ਕਿ ਕਾਂਗਰਸ ਹਾਲੇ ਵੀ ਆਪਣੀਆਂ ਗਲਤੀਆਂ ਤੋਂ ਸਬਕ ਜਿਹੜਾ ਆ ਉਹ ਨਹੀਂ ਸਿੱਖ ਰਹੀ। ਹਾਲੇ ਵੀ ਕਾਂਗਰਸ ਦੀ ਜਿਹੜੀ ਟੌਪ ਕਮਾਂਡ ਲੀਡਰਸ਼ਿਪ ਆ ਉਹ ਉਲਝੀ ਹੋਈ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ 26 ਨਵੰਬਰ ਹੈ ਤੇ ਕਿਸਾਨੀ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਤੇ ਮਜ਼ਦੂਰ ਇਸ 1 ਸਾਲ ਨੂੰ, ਪੂਰੇ ਹੋਏ 1 ਸਾਲ ਨੂੰ ਕਿਵੇਂ ਮਨਾ ਰਹੇ ਨੇ, ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਤੇ ਨਾਲ ਦੀ ਨਾਲ ਚਰਚਾ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ। 2022 ਦੀਆਂ ਚੋਣਾਂ ਸਿਰ ਤੇ ਨੇ, ਤੋਂ ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸ ਬਾਰੇ ਚਰਚਾ ਕਰਾਂਗੇ। ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਖਿਰ ਕਿਹਦੇ ਨਿਸ਼ਾਨੇ ਤੇ ਨੇ, ਤੇ TMC ਮੁਖੀ ਮਮਤਾ ਬੈਨਰਜੀ ਬਾਰੇ ਵੀ ਅਸੀਂ ਚਰਚਾ ਕਰਾਂਗੇ। ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਸ਼ੁਕਰੀਆ ਜੀ। ਸ਼ਰਮਾ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ, ਅੱਜ ਕਿਸਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋ ਗਿਆ ਹੈ, ਤੇ ਜਿਹੜੇ ਸਾਡੇ ਮਜ਼ਦੂਰ, ਕਿਸਾਨ ਤੇ ਹੋਰ ਜਥੇਬੰਦੀਆਂ ਉਹ ਸਾਰੀਆਂ ਪੂਰੇ ਉਤਸ਼ਾਹ ਦੇ ਵਿੱਚ ਨੇ। ਇੱਕ ਪਾਸੇ ਤਾਂ ਖੇਤੀ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਤੇ ਦੂਜੇ ਪਾਸੇ ਉਹ ਇਸ ਨੂੰ ਇੱਕ ਜਿੱਤ ਦੇ ਜਸ਼ਨ ਵਜੋਂ ਵੀ ਮਨਾ ਰਹੇ ਨੇ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, 26 ਨਵੰਬਰ ਜਦੋਂ ਅਸੀਂ ਕਹਿੰਦੇ ਆ ਤੇ ਸਾਡੇ ਦਿਮਾਗ ਦੇ ਵਿੱਚ ਕਿਸਾਨ ਅੰਦੋਲਨ ਤੋਂ ਵੀ ਪਹਿਲਾਂ 26 ਨਵੰਬਰ 1950 ਦੀ ਗੱਲ ਵੀ ਆਉਂਦੀ ਜੀ। ਸੰਵਿਧਾਨ ਦਿਵਸ ਵੀ ਅਸੀਂ ਮਨਾਉਂਦੇ, ਤੇ 26 ਨਵੰਬਰ ਜਾਂ 26/11 ਵੀ ਸਾਡੇ ਦਿਮਾਗ 'ਚ ਆਉਂਦਾ ਜਦੋਂ ਬੰਬਈ ਦੇ ਜਿਹੜੇ ਹਮਲੇ ਸੀ ਉਹ ਹੋਏ। ਬਿਲਕੁਲ। ਸੋ ਇਸ ਤਰੀਕੇ ਦੇ ਨਾਲ 26/11 ਜਿਹੜਾ ਆ ਉਹ ਬਹੁਤ ਹੀ ਇੱਕ ਯਾਦਗਾਰ ਤਰੀਕ ਹੋ ਨਿਬੜੀ ਹੈ ਜੀ। ਮਿੱਠੇ ਤੇ ਕੌੜੇ ਤਜਰਬੇ ਇਹਦੇ ਨਾਲ ਜੁੜੇ ਹੋਏ ਨੇ। ਕਿਸਾਨ ਅੰਦੋਲਨ ਉਹਦੇ ਵਿੱਚੋਂ ਸਭ ਤੋਂ ਕੌੜੇ ਤਜਰਬਿਆਂ ਦੇ ਵਜੋਂ ਹੀ ਯਾਦ ਕੀਤਾ ਜਾਂਦਾ, ਜੇਕਰ ਮੋਦੀ ਸਾਹਿਬ ਨੇ ਇਹਨੂੰ ਰੱਦ ਨਾ ਕਰ ਲਿਆ ਜਾਂਦਾ। ਇਹਦੀ ਅਪੀਲ ਜਿਹੜੀ ਆ ਉਹ ਨਾ ਮੰਨ ਲਈ ਜਾਂਦੀ, ਤੇ ਜਿੱਦਾਂ ਤੁਸੀਂ ਕਿਹਾ ਕਿ ਰੀਪੀਲ ਦਾ ਜਿਹੜਾ ਪ੍ਰੋਸੈਸ ਆ ਉਹ ਨਾ ਸਟਾਰਟ ਹੋ ਗਿਆ ਜੀ।
ਫਿਰ ਵੀ ਜੇਕਰ ਅਸੀਂ ਉਹਨੂੰ ਦੂਜੇ ਪਾਸਿਓਂ ਦੇਖੀਏ ਤੇ ਇਹ ਬਹੁਤ ਹੀ ਸੰਘਰਸ਼ਮਈ 1 ਸਾਲ, ਬਹੁਤ ਹੀ ਕੌੜੇ ਤਜਰਬਿਆਂ ਵਾਲਾ 1 ਸਾਲ ਰਹੇਗਾ। ਇਹਦੇ ਉੱਤੇ ਬਹੁਤ ਸਾਰੀਆਂ ਚਿੰਤਨ, ਬਹੁਤ ਸਾਰਾ ਮੰਥਨ, ਬਹੁਤ ਸਾਰੀਆਂ ਡਿਗਰੀਆਂ, ਬਹੁਤ ਸਾਰੀਆਂ ਕਿਤਾਬਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਸੰਵਿਧਾਨ ਲਾਗੂ ਹੋਇਆ ਤੇ ਭਾਰਤ ਇੱਕ ਗਣਤੰਤਰ ਦੇਸ਼ ਬਣਿਆ, ਜਿੱਥੇ ਇੱਕ ਪ੍ਰਥਾ ਬਣੀ, ਇੱਕ ਸਿਸਟਮ ਬਣਿਆ, ਇੱਕ ਸਰਕਾਰ ਦੇ ਚੁਣਨ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਉਲੀਕੀਆਂ ਗਈਆਂ ਤੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿਹੜੇ ਸੀ, ਜਿਹੜੇ ਆਜ਼ਾਦੀ ਲਈ ਨਿੱਠ ਕੇ ਲੜੇ ਸਨ, ਉਹਨਾਂ ਦਾ ਇੱਕ ਜਿਹੜਾ ਸੁਪਨਾ ਸੀ ਉਹ ਸਾਕਾਰ ਹੋਇਆ। ਸੰਵਿਧਾਨ ਦੇ ਤਹਿਤ ਰਹਿ ਕੇ ਹੀ ਬਹੁਤ ਸਾਰੇ, ਕਹਿ ਲਓ ਸਾਰੇ ਦੇ ਸਾਰੇ ਕੰਮ ਕੀਤੇ ਗਏ, ਪਰ ਉਸ ਸੰਵਿਧਾਨ ਨੂੰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਆਪਣੀ ਮਰਜ਼ੀ ਮੁਤਾਬਕ ਬਦਲਿਆ ਗਿਆ, ਜਾਂ ਇਦਾਂ ਕਹਿ ਲਓ ਕਿ ਉਹਨੂੰ ਆਪਣੀ ਮਰਜ਼ੀ ਦੇ ਨਾਲ ਉਹਦਾ ਅਨੁਵਾਦ ਕੀਤਾ ਗਿਆ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੇ ਮੋੜ ਦੂਸਰੇ ਪਾਸੇ ਨੂੰ ਨੱਕੇ ਮੋੜ ਦਿੱਤੇ ਗਏ ਤਾਂ ਜੋ ਉਹ ਉਹਨਾਂ ਦਾ ਫਾਇਦਾ ਲੈ ਸਕਣ। ਫਿਰ ਉਹ ਜਿਹੜੇ ਧੜੀ ਜਾਂ ਅਣਗਿਣਤ ਕੇਸ ਅਦਾਲਤਾਂ ਵਿੱਚ ਚਲੇ ਗਏ। ਉਦੋਂ ਦੇਖ ਕੇ ਲੱਗਦਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਜਦੋਂ ਸੰਵਿਧਾਨ ਤੇ ਬਣਾਇਆ, ਪਰ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਜਾਂ ਬਹੁਤ ਸਾਰੀਆਂ ਊਣਤਾਈਆਂ ਉਹ ਰਹਿ ਗਈਆਂ। ਇਹਨੂੰ ਤੁਸੀਂ ਜਿੱਦਾਂ ਮਰਜ਼ੀ ਇਹਦਾ ਵਿਸਤਾਰ ਰੱਖ ਲਓ, ਜਿੱਦਾਂ ਇਹਨੂੰ ਮਰਜ਼ੀ ਸਮਝ ਲਓ, ਪਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਜਿਹੀਆਂ ਨੇ ਜਿਹੜੀਆਂ ਵਕਤ ਤੇ ਸਮੇਂ ਦੀਆਂ ਸਰਕਾਰਾਂ ਨੇ ਜਾਂ ਸੱਤਾਧਾਰੀ ਧਿਰਾਂ ਨੇ ਆਪਣੇ ਅਨੁਕੂਲ ਵਰਤ ਲਈਆਂ। ਬਿਲਕੁਲ ਇਸੇ ਤਰੀਕੇ ਨਾਲ ਹੀ ਇਹ 3 ਕਾਨੂੰਨ ਵੀ ਬਣੇ। ਹਾਲੇ ਤੱਕ ਵੀ ਸੁਪਰੀਮ ਕੋਰਟ ਦੇ ਵਿੱਚ ਇਹਦੇ ਨਾਲ ਸੰਬੰਧਿਤ ਕੇਸ ਪੈਂਡਿੰਗ ਨੇ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਖੇਤੀ ਨਾਲ ਜੁੜੇ ਹੋਏ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਆ ਉਹ ਕਿਸਾਨ ਨੂੰ ਹੈ, ਪਰ ਉਹਨਾਂ ਨੇ ਉਹਦੀ ਇੱਕ ਜਿਹੜੀ ਮੱਦ ਆ ਉਹ ਦੂਜੇ ਤਰੀਕੇ ਵਰਤ ਲਈ ਕਿ ਇਹ ਟ੍ਰੇਡ ਨਾਲ ਜੁੜੇ ਹੋਏ ਕਾਨੂੰਨ ਨੇ, ਇਹ ਤਾਂ ਮੰਡੀ ਨਾਲ ਜੁੜੇ ਹੋਏ ਕਾਨੂੰਨ ਨੇ। ਪਰ ਅਸੀਂ ਜਾਣਦੇ ਹਾਂ ਸਾਰੇ ਕਿ ਇਹ ਜੇਕਰ ਮੰਡੀ ਨਾਲ ਜੁੜੇ ਹੋਏ ਕਾਨੂੰਨ ਹੁੰਦੇ ਤਾਂ ਫਿਰ ਕਿਸਾਨਾਂ ਦੀ MSP ਵਾਲਾ ਜਿਹੜਾ ਕਾਨੂੰਨ ਸੀ ਉਹ ਕਿਸੇ ਮੰਡੀ ਨਾਲ ਜੁੜਿਆ ਹੋਇਆ ਨਹੀਂ ਸੀ, ਉਹਦੇ ਉੱਤੇ ਸਭ ਤੋਂ ਪਹਿਲਾਂ ਗੱਲ ਕਰ ਲਈ ਜਾਂਦੀ। ਫਿਰ ਜੇਕਰ ਇਹ ਕਾਨੂੰਨ ਬਣਾ ਵੀ ਦਿੱਤੇ ਜਾਂਦੇ ਤੇ ਕਿਸਾਨਾਂ ਨੂੰ ਉਹਦੇ ਨਾਲ ਪੂਰਾ ਫਰਕ ਨਹੀਂ ਸੀ ਪੈਣਾ। ਜਿਹੜਾ ਮਰਜ਼ੀ ਖਰੀਦੇ, ਜਿਹੜਾ ਮਰਜ਼ੀ ਸਟੋਰ ਕਰੇ, ਕਿਸਾਨ ਨੂੰ ਉਹਦੀ ਲਾਗਤ ਮਿਲਣੀ ਚਾਹੀਦੀ ਹੈ। ਪਰ ਉਹ ਜਦੋਂ ਉਸ ਗੱਲ ਤੇ ਨਹੀਂ ਸੀ ਆਉਂਦੇ ਤਾਂ ਫਿਰ ਉਹ ਜਿਹੜੀਆਂ ਕਹਾਣੀਆਂ ਬੁਣ ਕੇ ਇੱਧਰ ਉੱਧਰ ਲਿਆਂਦੀਆਂ ਗਈਆਂ ਉਹ ਸਾਰੀਆਂ ਸਾਡੇ ਸਾਹਮਣੇ ਨੇ। 1 ਸਾਲ ਅੱਜ ਪੂਰਾ ਹੋ ਗਿਆ। ਏਦਾਂ ਕਹਿ ਲਓ ਕਿ 26 ਨਵੰਬਰ ਨੂੰ ਉੱਥੇ ਪਹੁੰਚਣ ਤੋਂ ਅਗਲਾ ਸਾਲ ਸ਼ੁਰੂ ਹੋ ਗਿਆ, ਕਿਉਂਕਿ ਸਾਲ ਦੀ ਜੇ ਗੱਲ ਕਰੀਏ ਤੇ ਉਹ 1 ਦਿਨ ਪਹਿਲਾਂ ਪੂਰਾ ਹੋ ਜਾਂਦਾ ਜੀ। ਪਰ ਇਸ ਅੰਦੋਲਨ ਨੂੰ ਜਦੋਂ ਅਸੀਂ ਫਿਰ ਇਹਦਾ ਐਨਾਲਾਈਜ਼ ਕਰਨਾ ਹੋਵੇ ਜਾਂ 1 ਸਾਲ ਨੂੰ ਦੁਬਾਰਾ ਦੇਖਣਾ ਹੋਵੇ ਤੇ ਉਹਦੇ ਲਈ ਇਹ ਪ੍ਰੋਗਰਾਮ ਜਾਂ ਇਹਦਾ ਜਿਹੜਾ ਸਮਾਂ ਹੈ ਉਹਦੀ ਸੀਮਾ ਨਹੀਂ ਹੋਣੀ ਚਾਹੀਦੀ। ਫਿਰ ਅਸੀਂ ਵਧੀਆ ਗੱਲਾਂ, ਖੁੱਲੀਆਂ ਗੱਲਾਂ ਕਰ ਸਕਦੇ ਹਾਂ। ਪਰ ਜੇਕਰ ਫਿਰ ਵੀ ਅਸੀਂ ਇਸ ਸਾਲ ਨੂੰ, ਇਸ ਅੰਦੋਲਨ ਨੂੰ, ਉਹਦੇ ਕੁਝ ਪੁਆਇੰਟ ਹੀ ਦੇਖਣੇ ਹੋਣ ਤਾਂ ਸਭ ਤੋਂ ਪਹਿਲਾਂ ਜੂਨ 5 ਜਦੋਂ ਸਰਕਾਰ ਨੇ ਇਹ ਤਿੰਨੋਂ ਆਰਡੀਨੈਂਸ ਲੈ ਕੇ ਆਂਦੇ, ਉਹਦੀ ਜਿਹੜੀ ਗੱਲ ਆ ਉਹ ਸਾਹਮਣੇ ਆਉਂਦੀ ਆ। ਉਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਸਰਕਾਰ ਦੀਆਂ ਇਹਨਾਂ ਗੱਲਾਂ ਦੇ ਉੱਤੇ ਨਜ਼ਰ ਰੱਖਦੀਆਂ ਆ, ਚਾਹੇ ਉਹ ਰਾਜੇਵਾਲ ਸਾਹਿਬ ਨੇ, ਉਗਰਾਹਾਂ ਨੇ, ਡਾਕਟਰ ਦਰਸ਼ਨਪਾਲ ਨੇ ਜਾਂ ਹੋਰ ਵੀ ਲੋਕ ਜਿਹੜੇ ਖੇਤੀ ਨਾਲ ਜੁੜੀ ਹੋਈ ਹਰ ਕਾਨੂੰਨ ਦੇ ਉੱਤੇ ਨਜ਼ਰ ਰੱਖਦੇ ਨੇ, ਉਹਨਾਂ ਨੇ ਪੰਜਾਬ ਵਿੱਚ ਇਸ ਅੰਦੋਲਨ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਫਿਰ ਘਟਨਾ ਜਿਹੜੀਆਂ ਉਹ ਵਾਪਰਦੀਆਂ ਗਈਆਂ, ਹਾਲਾਂਕਿ ਕਰੋਨਾ ਦਾ ਦੌਰ ਸੀ ਤੇ ਸਰਕਾਰ ਨੇ ਇਸ ਚੀਜ਼ ਦਾ ਲਾਹਾ ਵੀ ਲਿਆ ਸੀ, ਇਸ ਗੱਲ ਤੋਂ ਉਹ ਮੁਨਕਰ ਨਹੀਂ ਹੋ ਸਕਦੇ। ਫਿਰ ਘਟਨਾਵਾਂ ਜਿਹੜੀਆਂ ਸਤੰਬਰ 'ਚ ਆਉਂਦੀਆਂ ਨੇ, ਜਦੋਂ ਲੋਕ ਸਭਾ 'ਚ ਪਾਸ ਕਰ ਦਿੱਤੇ ਗਏ, ਰਾਜ ਸਭਾ 'ਚ ਪਾਸ ਕਰ ਦਿੱਤੇ ਗਏ ਤੇ ਫਿਰ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ। ਉੱਥੇ ਇੱਕ ਵੱਡੀ ਘਟਨਾ ਜਿਹੜੀ ਆ ਅੰਜਾਮ ਦਿੱਤੀ ਜਾਂਦੀ ਆ ਪੰਜਾਬ ਦੀ ਰਾਜਨੀਤੀ 'ਚ ਕਹਿ ਲਓ ਜਾਂ ਭਾਰਤ ਦੀ ਰਾਜਨੀਤੀ ਦੇ ਵਿੱਚ। ਅਟਲ ਬਿਹਾਰੀ ਵਾਜਪੇਈ ਦੇ ਟਾਈਮ ਦੇ ਉੱਤੇ ਜਿਹੜਾ ਇੱਕ ਸਮਝੌਤਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਸੀ, ਉਹ ਸਮਝੌਤਾ ਜਿਹੜਾ ਆ ਉਹ ਟੁੱਟ ਜਾਂਦਾ ਤੇ ਅਕਾਲੀ ਦਲ ਦੀ ਇੱਕਮਾਤਰ ਮਿਨਿਸਟਰ ਜਿਹੜੀ ਮੋਦੀ ਕੈਬਨਿਟ ਸੀ ਉਹ ਅਸਤੀਫਾ ਦੇ ਦਿੰਦੇ ਆ। ਇਹਨੂੰ ਵੀ ਇਸ ਅੰਦੋਲਨ ਦੀ ਵਜ੍ਹਾ ਨਾਲ ਹੀ ਇਹ ਸਾਰਾ ਕੁਝ ਹੋਇਆ, ਨਹੀਂ ਤਾਂ ਇਹਨੂੰ ਉਹ 9 ਮਾਸ ਦੀ ਜਿਹੜੀ ਗੱਲ ਦੱਸਦੇ ਸੀ। ਉਸ ਤੋਂ ਬਾਅਦ ਨਵੰਬਰ ਦੀ ਗੱਲ ਆ ਜਾਂਦੀ ਆ ਕਿ ਜਦੋਂ ਕਿ ਇਸ ਅੰਦੋਲਨ ਨੇ ਦਿੱਲੀ ਵੱਲ ਤੁਰਨਾ ਸ਼ੁਰੂ ਕੀਤਾ। ਫਿਰ ਇਹ ਸਾਰਾ ਸੰਘਰਸ਼ ਜਿਹੜਾ ਆ ਉਹ 25-26 ਨਵੰਬਰ ਦਾ ਜਿਹਦਾ ਇਹ ਸਾਲ ਮਨਾ ਰਹੇ ਆ, ਉਹ ਵੀ ਇਸੇ ਅੰਦੋਲਨ ਦੇ ਮਤਹਿਤ ਜਿਹੜਾ ਆ ਉਹ ਸਾਰਾ ਕੁਝ ਭੁਗਤਿਆ। ਫਿਰ ਹਰਿਆਣੇ ਦੀ ਇਸ ਅੰਦੋਲਨ 'ਚ ਸ਼ਮੂਲੀਅਤ ਹੁੰਦੀ ਹੈ। ਫਿਰ ਆਉਂਦਾ ਹੈ ਜੀ ਉਹ 26 ਨਵੰਬਰ ਤੋਂ ਲੈ ਕੇ
22 ਜਨਵਰੀ ਤੱਕ ਜਿਹੜੇ ਉਹ 2 ਮਹੀਨੇ ਦਾ ਟਾਈਮ ਹੈ, ਉਹਦੇ 'ਚ ਜਿਹੜੀ 11 ਦੌਰ ਦੀ ਮੁਲਾਕਾਤ ਹੈ, ਜਿਹਦੇ 'ਚ ਸਭ ਤੋਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਨੇ ਜਦੋਂ ਕਿਸਾਨ ਇਸੇ ਦੇਸ਼ ਦੇ ਬਸ਼ਿੰਦੇ ਮੀਟਿੰਗ ਕਰਨ ਲਈ ਜਾਂਦੇ ਨੇ, ਪਰ ਭੋਜਨ ਜਿਹੜਾ ਆ ਉਹ ਆਪਣਾ ਭੁੰਜੇ ਫਰਸ਼ ਤੇ ਬੈਠ ਕੇ ਛਕਦੇ ਨੇ। ਉਸ ਘਟਨਾ ਨੇ ਵੀ ਇਸ ਅੰਦੋਲਨ ਨੂੰ ਇੱਕ ਨਵਾਂ ਰੂਪ ਜਿਹੜਾ ਆ ਉਹ ਦਿੱਤਾ। 22 ਜਨਵਰੀ ਦੀ ਆਖਰੀ ਮੁਲਾਕਾਤ ਤੋਂ ਬਾਅਦ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਤਦ ਕਰਾਂਗੇ ਜੇਕਰ ਤੁਸੀਂ ਸਾਡੀ ਜਿਹੜੀ ਆ ਮੰਗ ਜਿਹੜੀ ਆ ਉਹ ਮੰਨ ਲਓਗੇ। ਇਹ ਬਿਲਕੁਲ ਇੱਕ ਉਲਟੀ ਗੱਲ ਸੀ। ਮੰਗਾਂ ਕਿਸਾਨਾਂ ਦੀਆਂ ਨੇ, ਅੰਦੋਲਨ ਕਿਸਾਨਾਂ ਦਾ ਹੈ, ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਗੱਲ ਤੁਹਾਡੇ ਨਾਲ ਤਾਂ ਕਰਨੀ ਹੈ ਜੇ ਤੁਸੀਂ ਸਾਡੀ ਸ਼ਰਤ ਮੰਨ ਲਓ ਕਿ ਅਸੀਂ ਇਹ ਕਾਨੂੰਨ ਜਿਹੜੇ ਆ ਰਿਪੀਲ ਨਹੀਂ ਕਰਨੇ। ਇਸ ਸਾਰੇ ਸਮੇਂ ਦੌਰਾਨ ਤੁਸੀਂ ਅਖਬਾਰ ਚੱਕ ਲਓ, ਗੂਗਲ ਕਰ ਲਓ, ਚਾਹੇ ਤੁਸੀਂ ਟੈਲੀਵਿਜ਼ਨ ਤੋਂ, YouTube ਤੋਂ ਪੁਰਾਣੀਆਂ ਵੀਡੀਓਜ਼ ਦੇਖ ਲਓ, ਸਾਰੇ ਹੀ ਬੀਜੇਪੀ ਦੇ ਲੋਕ ਇੱਕੋ ਹੀ ਗੱਲ ਕਹਿੰਦੇ ਸੀ, ਕਾਨੂੰਨ ਵਾਪਸ ਨਹੀਂ ਹੋਣੇ। ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ 'ਚ ਨੇ। ਪਰ ਇਹ ਜਿਹੜੇ ਜਥੇਬੰਦੀਆਂ ਦੇ ਲੋਕ ਲੀਡਰਾਂ ਨੂੰ ਮਿਲਦੇ ਸੀ, ਉਹਨਾਂ ਨੇ ਇਹ ਗੱਲ ਦੱਸੀ ਕਿ ਉਹਨਾਂ ਨੇ ਇਹ ਗੱਲ, ਜਿਹੜੇ ਲੀਡਰ ਸੀ, ਚਾਹੇ ਉਹ ਤੋਮਰ ਸਾਹਿਬ ਸੀ, ਚਾਹੇ ਅਮਿਤ ਸ਼ਾਹ ਨਾਲ ਇੱਕ ਮੁਲਾਕਾਤ ਸੀ, ਚਾਹੇ ਉਹ ਪਿਊਸ਼ ਗੋਇਲ ਸੀ, ਚਾਹੇ ਉਹ ਸੋਮ ਪ੍ਰਕਾਸ਼ ਸੀ, ਤੇ ਚਾਹੇ ਉਹਨਾਂ ਦੇ ਸੈਕਟਰੀ, ਅੰਡਰ ਸੈਕਟਰੀ, IAS ਆਫਿਸਰ ਸੀ, ਉਹ ਸਾਰੇ ਹੀ ਕਹਿੰਦੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਸਾਡੀ ਇੱਜ਼ਤ ਜਿਹੜੀ ਆ ਰੱਖ ਲਓ, ਇਸ ਖਾਲੀ ਡੱਬੇ ਨੂੰ ਰਹਿਣ ਦਿਓ, ਵਿੱਚੋਂ ਸਾਰਾ ਕੁਝ ਹੀ ਉਹ ਕੱਢ ਦਿੰਦੇ ਆ। ਇਸ ਦੇ ਨਾਲ ਦੀ ਨਾਲ ਜਿਹੜੀਆਂ ਘਟਨਾਵਾਂ ਹੋਰ ਹਰਪ੍ਰੀਤ ਜੀ ਵਾਪਰੀਆਂ, ਉਹ ਸੀਗੀਆਂ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲਣੀ। ਚਾਹੇ ਉਹ ਰਿਹਾਨਾ ਪੌਪ ਸਟਾਰ ਹੋਵੇ, ਚਾਹੇ ਉਹ ਪੌਰਨ ਸਟਾਰ ਹੋਵੇ, ਚਾਹੇ ਉਹ ਗ੍ਰੇਟਾ ਥਨਬਰਗ ਹੋਵੇ, ਜਿਹੜੇ ਕਿ ਵਾਤਾਵਰਣ ਲਈ ਇੰਗਲੈਂਡ ਤੋਂ ਕੰਮ ਕਰਦੇ ਨੇ। ਉਹਨਾਂ ਨੇ ਜਦੋਂ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਤੇ ਫਿਰ ਇਸ ਅੰਦੋਲਨ ਨੂੰ ਖੰਭ ਜਿਹੜੇ ਲੱਗੇ, ਸਾਰੀ ਦੁਨੀਆ ਦੇ ਵਿੱਚ ਇਹ ਅੰਦੋਲਨ ਫੈਲਿਆ। ਹਾਲਾਂਕਿ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਕਰਨ ਲਈ ਪੰਜਾਬ ਦੇ ਲੋਕ ਜਿਹੜੇ NRI ਪੰਜਾਬੀ ਨੇ, ਉਹਨਾਂ ਦਾ ਵੀ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਦੁਨੀਆ ਦੀਆਂ ਵੱਖ-ਵੱਖ ਅੰਬੈਸੀਜ਼ ਦੇ ਅੱਗੇ, ਦੁਨੀਆ ਦੇ ਵੱਡੇ-ਵੱਡੇ ਦਫ਼ਤਰਾਂ ਦੇ ਅੱਗੇ, UNO ਦੇ ਅੱਗੇ ਆਪਣੇ ਇਸ ਅੰਦੋਲਨ ਨੂੰ ਲੈ ਕੇ ਉੱਥੇ ਮੁਜ਼ਾਹਰੇ ਕੀਤੇ, ਪ੍ਰਦਰਸ਼ਨ ਕੀਤੇ, ਜਿਹਦਾ ਅਸਰ ਸਾਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਿਆ। ਫਿਰ ਇੱਕ ਦਿਨ 400 ਤੋਂ ਵੀ ਵੱਧ ਅਮਰੀਕਾ ਦੇ ਵਿਸ਼ੇਸ਼ ਲੋਕਾਂ ਨੇ, ਖਾਸ ਲੋਕ ਜਿਹੜੇ ਖੇਤੀ ਨਾਲ ਜੁੜੇ ਹੋਏ ਸੀ, ਉਹਨਾਂ ਨੇ ਵੀ ਆਪਣੀ ਚਿੱਠੀ ਜਾਰੀ ਕਰਕੇ ਜਾਂ ਪ੍ਰੈਸ ਕਾਨਫਰੰਸ ਕਰਕੇ ਇਸ ਅੰਦੋਲਨ ਦਾ ਸਮਰਥਨ ਕੀਤਾ। ਤੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ, ਚਾਹੇ ਉਹ ਆਸਟ੍ਰੇਲੀਆ ਦੀ ਸੰਸਦ ਸੀ, ਚਾਹੇ ਉਹ ਬ੍ਰਿਟੇਨ ਦੀ ਸੰਸਦ ਸੀ, ਤੇ ਚਾਹੇ ਉਹ ਦੁਨੀਆ ਦੀਆਂ ਹੋਰ ਵੱਖ-ਵੱਖ ਸੀਗੀਆਂ ਘਟਨਾਵਾਂ, ਦੁਨੀਆ ਦੀਆਂ ਵੱਖ-ਵੱਖ ਏਜੰਸੀਆਂ ਨੇ ਇਸ ਅੰਦੋਲਨ ਨੂੰ ਜਿਹੜੀ ਇੱਕ ਵੱਖਰੀ ਪ੍ਰੋੜਤਾ ਦਿੱਤੀ, ਇਹਦਾ ਸਮਰਥਨ ਕੀਤਾ। ਜਿਵੇਂ ਸਾਡੇ ਕਿਸਾਨ ਇੱਥੇ ਦਿੱਲੀ ਵਿੱਚ ਮਨਾ ਰਹੇ ਨੇ, ਉਸੇ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ, ਉਸੇ ਤਰ੍ਹਾਂ ਮਨਾਇਆ ਜਾ ਰਿਹਾ ਹੈ। ਸੋ ਸ਼ਰਮਾ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਕਿਸਾਨੀ ਅੰਦੋਲਨ ਦੀ, ਜੋ ਕਿ ਅੱਜ ਮਨਾਇਆ ਜਾ ਰਿਹਾ ਹੈ ਦਿੱਲੀ ਦੀਆਂ ਬਰੂਹਾਂ ਤੇ, ਸਿੰਘੂ, ਗਾਜ਼ੀਪੁਰ, ਟਿਕਰੀ ਬਾਰਡਰਾਂ ਤੇ ਅਜੇ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ, ਕਿਉਂਕਿ 1 ਸਾਲ ਲੰਬਾ ਇਹ ਸੰਘਰਸ਼ ਚੱਲਿਆ, ਸੋ ਇਹਦੇ ਵਿੱਚ ਬਹੁਤ ਕੁਝ ਵਾਪਰਿਆ, ਸੁਖਾਵਾਂ ਵੀ, ਅਣਸੁਖਾਵਾਂ ਵੀ, ਹਰ ਮੌਸਮ ਕਿਸਾਨਾਂ ਨੇ ਆਪਣੇ ਆਪ ਤੇ ਹੰਢਾ ਲਿਆ ਇਸ 1 ਸਾਲ ਦੇ ਵਿੱਚ। ਤੇ ਮੈਨੂੰ ਲੱਗਦਾ ਤੁਸੀਂ ਹਜੇ ਜਿਹੜੀ ਗੱਲ ਕਰ ਰਹੇ ਸੀ, ਸਾਰਾ ਦੱਸ ਰਹੇ ਸੀ, ਉਹ ਹਜੇ ਮੈਨੂੰ ਲੱਗਦਾ 6 ਕੁ ਮਹੀਨੇ ਲੰਘੇ, 6 ਕੁ ਮਹੀਨੇ ਹਜੇ ਬਾਕੀ ਨੇ। ਬਿਲਕੁਲ ਜੀ, ਗੱਲ ਹੀ ਇਸ ਤਰ੍ਹਾਂ ਹੈ ਕਿ 1 ਸਾਲ ਨੂੰ ਤੁਸੀਂ 10-15 ਨੁਕਤਿਆਂ ਦੇ ਵਿੱਚ ਸਮੇਟ ਨਹੀਂ ਸਕਦੇ। ਪਰ ਫਿਰ ਵੀ ਜਿੱਦਾਂ ਅਸੀਂ ਗੱਲ ਕਰਦੇ ਹਾਂ, ਕੁਝ ਧਾਰਮਿਕ ਕਿਤਾਬਾਂ ਨੂੰ ਪੜ੍ਹਦੇ ਹਾਂ, ਤੇ ਉਹਦਾ ਜਿਹੜਾ ਕਰਕਸ ਆ ਉਹ ਕੁਝ ਕੁ ਲਾਈਨਾਂ ਦਾ ਹੀ ਨਿਕਲ ਕੇ ਸਾਹਮਣੇ ਆ ਜਾਂਦਾ, ਜਿਹਦੇ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਬਿਲਕੁਲ। ਅੰਤਰਰਾਸ਼ਟਰੀ ਪ੍ਰਸਿੱਧੀ ਦੀ ਅਸੀਂ ਗੱਲ ਕਰਦੇ ਸੀ। ਉਸ ਤੋਂ ਬਾਅਦ ਜਿਹੜੀ 26 ਜਨਵਰੀ ਦੀ ਘਟਨਾ ਆ, ਉਸ ਨੂੰ ਵੀ ਇਸ ਅੰਦੋਲਨ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਉਹ ਇੱਕ ਬਹੁਤ ਹੀ ਵੱਡੀ ਘਟਨਾ ਸੀ। ਹਾਲਾਂਕਿ ਉਸ ਤੋਂ ਵੀ ਪਹਿਲਾਂ ਕੁਝ, ਇੱਕ ਧਾਰਮਿਕ ਵੱਡੀ ਸ਼ਖਸੀਅਤ ਸੀ, ਇੱਕ ਸੰਤ ਸੀ, ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ। ਉਹਦੇ ਨਾਲ ਇੱਕ ਵਕੀਲ ਸੀ, ਉਹਨਾਂ ਨੇ ਵੀ ਆਪਣੀ ਜਿਹੜੀ ਹੱਤਿਆ ਆਪ ਹੀ ਕਰ ਲਈ ਸੀ ਇਸ ਅੰਦੋਲਨ ਦੇ ਚੱਲਦਿਆਂ। ਤੇ ਕੁਝ ਹੋਰ ਕਿਸਾਨਾਂ ਨੇ ਵੀ ਉੱਥੋਂ ਨਿਰਾਸ਼ ਹੋ ਕੇ ਜਿਹੜੀ ਸੀ ਆਪਣੀ ਜੀਵਨ ਲੀਲਾ ਖਤਮ ਕੀਤੀ। ਤੇ ਉੱਥੋਂ ਫਿਰ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਵੀ ਇਹ ਗੱਲ ਕਹਿਣੀ ਪਈ
ਕਿ ਸਾਨੂੰ ਇਦਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਅਸੀਂ ਚੜ੍ਹਦੀ ਕਲਾ ਦੇ ਲੋਕ ਹਾਂ ਤੇ ਅਸੀਂ ਇੱਕ ਸੰਘਰਸ਼ ਵੱਲ ਹਾਂ ਤੇ ਸੰਘਰਸ਼ ਸਾਨੂੰ ਕਦੀ ਵੀ ਮੌਤ ਦਾ ਰਸਤਾ ਜਿਹੜਾ ਆ ਉਹ ਨਹੀਂ ਦਿਖਾਉਂਦਾ। ਪਰ ਹਰਪ੍ਰੀਤ ਜੀ, ਮੈਨੂੰ ਹੁਣ ਇੱਕ ਗੱਲ ਯਾਦ ਆਈ, ਜਦੋਂ ਅਸੀਂ ਇਸ ਅੰਦੋਲਨ ਨੂੰ ਦੇਖਣ ਪਹਿਲੀ ਵਾਰ ਗਏ ਸੀ ਤੇ ਅਸੀਂ ਜਿੰਨੇ ਕੁ ਭਾਵੁਕ ਹੋਏ ਸੀ ਜੀ, ਜਿੰਨੇ ਕੁ ਨਿਰਾਸ਼ ਹੋਏ ਸੀ, ਪਰ ਉੱਥੇ ਦੇ ਲੋਕਾਂ ਨੂੰ ਮਿਲ ਕੇ ਇਦਾਂ ਲੱਗਦਾ ਸੀਗਾ ਕਿ ਯਾਰ ਸਾਨੂੰ ਨਿਰਾਸ਼ਾ ਆ, ਅਸੀਂ ਭਾਵੁਕ ਆ, ਅਸੀਂ ਅੱਖਾਂ ਜਿਹੜੀਆਂ ਸਾਡੀਆਂ ਭਿੱਜ ਰਹੀਆਂ, ਗਿੱਲੀਆਂ ਹੋ ਰਹੀਆਂ, ਪਰ ਉਹ ਲੋਕ ਵੱਖਰੀ ਦੁਨੀਆ ਦੇ ਵਿੱਚ ਨੇ ਤੇ ਉਹ ਚੜ੍ਹਦੀ ਕਲਾ 'ਚ ਨੇ ਜੀ। ਫਿਰ ਜਦੋਂ ਅਸੀਂ ਕੁਝ ਮਿੰਟ ਜਾਂ ਕੁਝ ਸਮਾਂ ਉੱਥੇ ਬਿਤਾਇਆ ਤੇ ਫਿਰ ਲੱਗਿਆ ਕਿ ਜਿਹੜੀ ਸੰਘਰਸ਼ ਆ, ਜਿਹੜੀ ਜ਼ਿੰਦਗੀ ਆ, ਉਹ ਇਦਾਂ ਹੀ ਚੱਲਦੀ ਆ। ਸਾਰਾ ਕੁਝ ਰਵਾਂ ਰਵੀਂ ਹੀ ਨਹੀਂ ਚੱਲਦਾ, ਬਹੁਤ ਵਾਰ ਉੱਬੜ ਖਾਬੜ ਰਸਤੇ ਵੀ ਆਉਂਦੇ ਨੇ। ਬਿਲਕੁਲ। ਸੋ ਅਸੀਂ ਗੱਲ ਕਰਦੇ ਸੀ 26 ਜਨਵਰੀ ਦੀ। 26 ਜਨਵਰੀ ਦੀ ਪਰੇਡ ਦੇ ਜਿਸ ਤਰ੍ਹਾਂ ਦੇ ਇੰਤਜ਼ਾਮ ਦਿੱਲੀ ਦੇ ਵਿੱਚ ਅਸੀਂ ਦੇਖੇ ਸੀ ਉਸ ਦਿਨ, ਲੋਕਾਂ ਨੇ ਜੋ ਤਿਆਰੀਆਂ ਕੀਤੀਆਂ ਹੋਈਆਂ ਸੀ ਕਿਸਾਨਾਂ ਦੀ ਪਰੇਡ ਦੀਆਂ, ਉਹਨਾਂ ਦੇ ਆਓ ਭਗਤ ਦੀਆਂ, ਉਹਨਾਂ ਦੇ ਖਾਣ ਪੀਣ ਲਈ ਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਤੱਕ ਦਾ ਇੰਤਜ਼ਾਮ ਜਿਹੜਾ ਸੀ। ਪਰ ਉੱਥੋਂ ਦਿੱਲੀ ਸਰਕਾਰ ਦਾ ਇੰਤਜ਼ਾਮ ਕਹਿ ਲਓ ਜਾਂ ਦਿੱਲੀ ਦੀ ਜਿਹੜੀ ਪੁਲਿਸ ਆ, ਉਹ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਅੰਡਰ ਆ, ਉਹਨੇ ਉਸ ਅੰਦੋਲਨ ਨੂੰ ਜਿਸ ਤਰੀਕੇ ਨਾਲ ਉਲਝਾਇਆ ਤੇ ਉਹ ਲਾਲ ਕਿਲੇ ਤੱਕ ਪਹੁੰਚਾਇਆ, ਉਹਦੇ ਵਿੱਚ ਕੁਝ ਹੋਰ ਸ਼ਖਸੀਅਤਾਂ ਸ਼ਾਮਲ ਸੀ ਜਿਹੜੀਆਂ ਹੁਣ ਲੱਭੀਆਂ ਵੀ ਨਹੀਂ ਲੱਭਦੀਆਂ ਕਿ ਉਹ ਕਿੱਥੇ ਆ ਜੀ। ਉਸ ਘਟਨਾ ਤੋਂ ਬਾਅਦ ਅਗਲੇ ਦਿਨ ਲੱਗਦਾ ਸੀ ਕਿ ਹੁਣ ਅੰਦੋਲਨ ਜਿਹੜਾ ਆ ਉਹਨੂੰ ਇੱਕ ਵੱਡਾ ਡੈਂਟ ਪਵੇਗਾ ਜੀ। ਪਰ ਇਸ ਮਾਮਲੇ ਦੇ ਵਿੱਚ ਸਲੂਟ ਕਰਨਾ ਬਣਦਾ ਆ ਉਹਨਾਂ ਲੀਡਰਾਂ ਨੂੰ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀ। ਬਿਲਕੁਲ, ਬੜੇ ਸਬਰ ਨਾਲ ਉਹਨਾਂ ਨੇ ਉਸ ਅੰਦੋਲਨ ਤੋਂ ਬਾਅਦ ਮੌਨ ਵਰਤ ਵੀ ਰੱਖਿਆ, ਵਰਤ ਵੀ ਰੱਖੇ ਤੇ ਅਗਲੇ ਹੀ ਦਿਨ ਉਸ ਅੰਦੋਲਨ ਨੂੰ ਫਿਰ ਤੋਂ ਖੜਾ ਕਰ ਦਿੱਤਾ। ਭਾਵੇਂ ਕਿ ਉੱਥੇ ਇੰਟਰਨੈਟ ਦੀਆਂ ਫੈਸਿਲਿਟੀਆਂ ਬੰਦ ਕੀਤੀਆਂ ਗਈਆਂ, ਹੋਰ ਬਹੁਤ ਕੁਝ ਕੀਤਾ ਗਿਆ। ਰਾਜਨੀਤਿਕ ਪੱਧਰ ਦੇ ਉੱਤੇ ਬੀਜੇਪੀ ਦੇ ਲੋਕਾਂ ਨੇ ਵੀ ਆ ਕੇ ਅੰਦੋਲਨ ਦੇ ਉੱਤੇ ਰੌਲਾ ਪਾਉਣ ਦੀ ਵੀ ਗੱਲ ਕੀਤੀ। ਫਿਰ ਉਸ ਅੰਦੋਲਨ ਦੇ ਵਿੱਚ ਜਿੱਦਾਂ ਪੰਜਾਬ ਤੋਂ ਬਾਅਦ ਹਰਿਆਣਾ ਤੇ ਉਸ ਤੋਂ ਬਾਅਦ ਫਿਰ ਉਦੈ ਹੁੰਦਾ ਆ ਉਸ ਅੰਦੋਲਨ ਦੇ ਵਿੱਚ ਦੋ ਹੰਝੂਆਂ ਵਾਲੇ ਟਕੈਤ ਸਾਹਿਬ ਦਾ। ਪੁਲਿਸ ਆ ਚੁੱਕੀ ਸੀ ਤੇ ਟਕੈਤ ਸਾਹਿਬ ਨੂੰ ਉਹ ਜਗ੍ਹਾ ਜਿਹੜੀ ਖਾਲੀ ਕਰਨ ਦੀ ਜਿਹੜੀ ਸਮਾਂ ਦੇ ਦਿੱਤਾ ਗਿਆ ਸੀਗਾ ਕਿ ਤੁਸੀਂ ਇੱਥੋਂ ਉੱਠ ਜਾਓ ਜਾਂ ਤੁਹਾਡੀ ਗ੍ਰਿਫਤਾਰੀ ਹੋਵੇਗੀ। ਉਹਨਾਂ ਦਾ ਜਯੰਤ ਚੌਧਰੀ ਨਾਲ ਇੱਕ ਟੈਲੀਫੋਨ ਤੇ ਉਹਨਾਂ ਆਪਣੇ ਲੋਕਾਂ ਨੂੰ ਕਹਿਣਾ ਕਿ ਇੱਥੇ ਆਓ ਜਲਦੀ। ਉਹ 26 ਤੋਂ ਬਾਅਦ 27 28 ਦੀ ਤਰੀਕ ਨੂੰ ਅੰਦੋਲਨ ਜਿਹੜਾ ਆ ਉਹ ਇੱਕ ਵੱਖਰੇ ਤਰੀਕੇ ਦਾ ਰੰਗ ਫੜ ਗਿਆ ਤੇ ਅੱਗੇ ਨਾਲੋਂ ਵੀ ਹੋਰ ਵੱਡਾ ਹੋ ਗਿਆ। ਪੰਜਾਬ ਸੀ ਉਹਦੇ ਵਿੱਚ, ਹਰਿਆਣਾ ਸੀ, ਯੂਪੀ ਪਹਿਲਾਂ ਵੀ ਸ਼ਾਮਲ ਸੀ, ਬਾਰਡਰ ਪਹਿਲਾਂ ਵੀ ਬੰਦ ਸੀ, ਪਰ ਉਸ ਦਿਨ ਤੋਂ ਬਾਅਦ ਅੰਦੋਲਨ ਨੂੰ ਇੱਕ ਨਵੀਂ ਊਰਜਾ ਮਿਲੀ ਜੀ। ਉਸ ਤੋਂ ਬਾਅਦ ਫਿਰ ਸਮਾਂ ਆਉਂਦਾ ਹੈ ਜੀ ਜਦੋਂ ਇਲੈਕਸ਼ਨਸ ਦਾ ਦੌਰ ਆ ਗਿਆ। ਬੰਗਾਲ ਦੀਆਂ ਇਲੈਕਸ਼ਨ, ਅਸਾਮ ਦੀਆਂ ਇਲੈਕਸ਼ਨ, ਤਾਮਿਲਨਾਡੂ ਦੀਆਂ ਇਲੈਕਸ਼ਨ ਤੇ ਬੰਗਾਲ ਨੂੰ ਲੈ ਕੇ ਜਿਸ ਤਰ੍ਹਾਂ ਦੀ ਬੀਜੇਪੀ ਦੀ ਤਿਆਰੀ ਸੀ ਜੀ। ਚੋਣਾਂ ਤੋਂ 1 ਸਾਲ ਪਹਿਲਾਂ ਹੀ ਇਦਾਂ ਲੱਗਦਾ ਸੀ ਜਿੱਦਾਂ ਬੰਗਾਲ ਦੇ ਵਿੱਚ ਬੀਜੇਪੀ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਕੋਈ ਆਗੂ ਹੀ ਨਹੀਂ ਛੱਡਣਾ। ਰੋਜ਼ ਅਖਬਾਰ 'ਚ ਖਬਰ ਹੁੰਦੀ ਸੀ ਅੱਜ 4 MLA ਆ ਗਏ, ਅੱਜ MP ਆ ਗਏ, ਅੱਜ ਆ ਗਿਆ, ਅੱਜ ਇਸ ਪਾਰਟੀ ਦਾ ਲੀਡਰ ਆ ਗਿਆ, ਅੱਜ ਇਸ ਪਾਰਟੀ ਦਾ ਲੀਡਰ ਆ ਗਿਆ। ਪਰ ਫਿਰ ਬੰਗਾਲ ਦੇ ਵਿੱਚ ਜਿਹੜੀ ਵੋਟ ਤੇ ਚੋਟ ਹੋਈ ਤੇ ਮਮਤਾ ਬੈਨਰਜੀ ਨੇ ਜਿਸ ਕਦਰ ਲੜਾਈ ਲੜੀ, ਉਹ ਵੀ ਇਸ ਅੰਦੋਲਨ ਦੀ ਜਿਹੜੀ ਆ ਇੱਕ ਵੱਡੀ ਘਟਨਾ ਹੋ ਨਿਬੜੀ। ਨਾਲ ਦੀ ਨਾਲ ਇਸ ਅੰਦੋਲਨ ਦੇ ਦੌਰਾਨ ਹੀ ਹਰਿਆਣੇ ਦੇ ਵਿੱਚ ਤੇ ਮੁਲਕ ਦੇ ਦੂਜੇ ਹਿੱਸਿਆਂ ਦੇ ਵਿੱਚ ਕਿਸਾਨਾਂ ਦਾ ਘੁੰਮਣਾ, ਕਿਸਾਨ ਮਹਾਪੰਚਾਇਤਾਂ ਦਾ ਹੋਣਾ ਤੇ ਇੱਕ ਹੋਰ ਵੱਡਾ ਪੁਆਇੰਟ ਜਿਹੜਾ ਹੋ ਨਿਬੜਿਆ ਇਸ ਅੰਦੋਲਨ ਦਾ, ਉਹ ਸੀ ਇਸੇ ਅੰਦੋਲਨ ਦੌਰਾਨ ਸਾਰੇ ਦੇਸ਼ ਦੇ ਵਿੱਚ ਬੀਜੇਪੀ ਦੇ ਸਾਰੇ ਹੀ ਆਗੂਆਂ ਦਾ ਵਿਰੋਧ ਹੋਣਾ। ਨਰਿੰਦਰ ਸਿੰਘ ਤੋਮਰ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਜਿਹੜੇ ਆਉਂਦੇ ਨੇ, ਉਹਨਾਂ ਨੂੰ ਵੀ ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਰਿਆਣੇ ਦਾ ਤਾਂ ਕੋਈ MLA, ਕੋਈ MP ਬਚਿਆ ਹੀ ਨਹੀਂ ਜਿਹੜਾ ਇਸ ਸਰਕਾਰ ਦੇ ਵਿੱਚ ਸ਼ਾਮਲ ਸੀ, ਹਰਿਆਣੇ ਦੀ ਸਰਕਾਰ ਦੇ ਵਿੱਚ, ਤੇ ਜਿਹਦਾ ਵਿਰੋਧ ਨਾ ਹੋਇਆ ਹੋਵੇ। ਉੱਥੋਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਹੈਲੀਕਾਪਟਰ ਦੇ ਵਿੱਚ ਹੀ ਕਈ ਵਾਰ ਵਾਪਸ ਮੁੜਨਾ ਪਿਆ। ਪੰਜਾਬ ਦੇ ਕੁਝ ਬੀਜੇਪੀ ਦੇ MLAs ਦੀ ਕੁੱਟਮਾਰ ਵੀ ਹੋਈ ਤੇ ਇਹਨਾਂ ਨੂੰ 1-2 ਵਾਰ ਨਹੀਂ, ਬਹੁਤ ਵਾਰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਕਈਆਂ ਦੇ ਘਰਾਂ ਅੱਗੇ ਕੂੜਾ ਸੁੱਟ ਦਿੱਤਾ ਗਿਆ, ਕਿਸੇ ਦੇ ਘਰ ਅੱਗੇ ਗੋਹਾ ਸੁੱਟ ਦਿੱਤਾ ਗਿਆ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਹਮੇਸ਼ਾ ਯਾਦ ਰਹਿਣਗੀਆਂ ਜੀ। ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤੇ ਜਿਹੜੀਆਂ 2 ਵੱਡੀਆਂ ਘਟਨਾਵਾਂ ਹੋਈਆਂ ਹਰਪ੍ਰੀਤ ਜੀ, ਉਹ ਸੀ ਇੱਕ ਤਾਂ ਲਖੀਮਪੁਰ ਖੀਰੀ ਵਾਲੀ ਘਟਨਾ ਜੀ, ਜਦੋਂ ਕਿਸਾਨ ਉੱਥੇ ਯੂਪੀ ਦੇ ਵਿੱਚ ਇੱਕ ਵੱਡਾ ਸਮਾਰੋਹ ਸੀ, ਉਹਦਾ ਵਿਰੋਧ ਕਰਦੇ ਸੀ ਤੇ ਉੱਥੇ ਉਹਨਾਂ ਨੂੰ ਗੱਡੀ ਦੇ ਹੇਠਾਂ ਦੇ ਕੇ ਮਾਰ ਦਿੱਤਾ ਗਿਆ। ਹਾਲਾਂਕਿ ਦੂਸਰੇ ਪਾਸੇ ਤੋਂ ਵੀ ਕੁਝ ਲੋਕਾਂ ਦੇ ਮਰਨ ਦੀ ਖਬਰ ਆਈ, ਪਰ ਉਸ ਘਟਨਾ ਨੇ, ਲਖੀਮਪੁਰ ਖੀਰੀ ਵਾਲੀ ਘਟਨਾ ਨੇ ਵੀ ਬੀਜੇਪੀ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਕੀਤਾ ਤੇ ਇਸ ਅੰਦੋਲਨ ਨੂੰ ਇੱਕ ਵਾਰ ਫਿਰ ਪਹਿਲੀਆਂ ਸਫਾਂ ਦੇ ਵਿੱਚ ਲੈ ਕੇ ਆਉਣ ਵਾਲੀ ਉਹ ਘਟਨਾ ਜਿਹੜੀ ਬਣੀ। ਹਾਲਾਂਕਿ ਉਹ
ਅੱਜ ਇਸ ਅੰਦੋਲਨ ਦਾ ਸਾਲ ਹੋ ਗਿਆ। 19 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਤਿੰਨੋਂ ਕਾਨੂੰਨ ਰੱਦ ਕਰਨ ਦੀ ਗੱਲ ਵੀ ਮੰਨ ਲਈ, ਪਰ ਦੇਖੋ ਜਿਸ ਦਿਨ ਇਹ ਅੰਦੋਲਨ ਸ਼ੁਰੂ ਹੁੰਦਾ ਉਸ ਦਿਨ ਉਹ 3 ਕਾਨੂੰਨਾਂ ਦੀ ਗੱਲ ਸੀ। ਬਾਅਦ ਵਿੱਚ ਕਰਦਿਆਂ ਕਰਦਿਆਂ ਉਹਦੇ 'ਚ MSP ਵੀ ਆ ਕੇ ਜੁੜ ਗਈ ਤੇ ਅੱਜ ਉਸ ਘਟਨਾ ਦਾ ਜ਼ਿਕਰ ਇਸ ਕਦਰ ਆ ਕਿ ਉਸ ਘਟਨਾ ਨਾਲ ਜੁੜੇ ਹੋਏ ਜਿਹੜੇ ਗ੍ਰਹਿ ਰਾਜ ਮੰਤਰੀ ਨੇ ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਕੱਢਣਾ ਤੇ ਉਸ ਕੇਸ ਦੇ ਵਿੱਚ ਦੋਸ਼ੀ ਰੱਖ ਕੇ ਉਹਨਾਂ ਦੇ ਉੱਤੇ ਜਾਂਚ ਕਰਨਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਵੀ ਕਿਸਾਨ ਅੰਦੋਲਨ ਦੀ ਵੱਡੀ ਮੰਗ ਬਣੀ ਹੋਈ ਹੈ। ਉਸ ਤੋਂ ਬਾਅਦ ਇੱਕ ਹੋਰ ਘਟਨਾ ਹਰਪ੍ਰੀਤ ਜੀ ਜਿਹੜੀ ਬਹੁਤ ਅਹਿਮ ਰਹੀ ਆ, ਸਵੇਰੇ ਸਵੇਰੇ ਹੀ ਬੈਰੀਕੇਡ ਤੇ ਲਟਕਦੇ ਹੋਏ ਇੱਕ ਜ਼ਿੰਦਾ ਲਾਸ਼ ਦੀ ਵੀ ਸੀ। ਥੋੜੀ ਦੇਰ ਪਹਿਲਾਂ ਉਹ ਜ਼ਿੰਦਾ ਸੀ ਪਰ ਦੇਖਦਿਆਂ ਹੀ ਉਹ ਬੰਦਾ ਮ੍ਰਿਤਕ ਹੋ ਜਾਂਦਾ। ਉਹ ਇਸ ਅੰਦੋਲਨ ਨੂੰ ਮੇਰੀ ਸਮਝ ਦੇ ਵਿੱਚ, ਮੇਰੀ ਨਜ਼ਰ ਦੇ ਵਿੱਚ ਇਸ ਅੰਦੋਲਨ ਦੀ ਸਭ ਤੋਂ ਕੋਝੀ ਘਟਨਾ ਸੀ। ਉਹਦੇ ਕਾਰਨ ਕੁਛ ਵੀ ਹੋਣ, ਉਹਦੇ ਜਵਾਬ ਕੁਛ ਵੀ ਹੋਣ, ਉਹਦਾ ਬਾਅਦ ਵਿੱਚ ਉਹਦੇ ਲਈ ਜੋ ਕੁਛ ਵੀ ਕੀਤਾ ਗਿਆ ਹੋਵੇ, ਉਹ ਕਰਨ ਵਾਲੇ ਲੋਕ ਬਾਅਦ ਵਿੱਚ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਂ ਕਿਸੇ ਹੋਰ ਲੋਕਾਂ ਨਾਲ ਇਸੇ ਅੰਦੋਲਨ ਦੇ ਵਿੱਚ ਸਭ ਤੋਂ ਵੱਡੇ ਸਿਆਸੀ ਚਿਹਰੇ ਨਰਿੰਦਰ ਸਿੰਘ ਤੋਮਰ ਨਾਲ ਵੀ ਉਹਨਾਂ ਦੀਆਂ ਫੋਟੋਗ੍ਰਾਫ ਬਾਅਦ ਵਿੱਚ ਦਿਖੀਆਂ, ਪਰ ਇੱਕ ਵਿਅਕਤੀਗਤ ਤੌਰ ਤੇ ਮੇਰੇ ਨਜ਼ਰੀਏ ਦੇ ਵਿੱਚ ਉਹ ਸਭ ਤੋਂ ਜਿਹੜੀ ਕੋਝੀ ਤਸਵੀਰ ਸੀ ਉਹ ਇਸ ਅੰਦੋਲਨ ਦੀ ਜੀ। ਤੇ ਉਸ ਤੋਂ ਬਾਅਦ ਫਿਰ ਇੱਕ ਚੰਗਾ ਦਿਨ ਆਇਆ, ਗੁਰਪੁਰਬ ਸੀ। ਅਸੀਂ ਸਾਰੇ ਸਵੇਰੇ ਗੁਰਪੁਰਬ ਦੀਆਂ ਹਾਲੇ ਗੱਲਾਂ ਹੀ ਕਰਦੇ ਸੀ ਤੇ ਜਦੋਂ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਆਪਣੀ ਤਬੀਅਤ ਦੇ ਅਨੁਸਾਰ, ਅਕਸਰ ਉਹ ਅਚਾਨਕ ਹੀ ਆਉਂਦੇ ਨੇ, ਪੇਸ਼ ਹੁੰਦੇ ਨੇ ਤੇ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਜਿਹੜੀ ਆ ਉਹ ਕਰਦੇ ਨੇ। ਤੇ ਹੁਣ ਅਸੀਂ ਜਾਣਦੇ ਹਾਂ ਕਿ 29 ਤਰੀਕ ਨੂੰ ਆਉਣ ਵਾਲੇ 2 ਦਿਨਾਂ ਬਾਅਦ ਸੰਸਦ ਦਾ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਸ਼ੁਰੂ ਹੋ ਰਿਹਾ ਤੇ ਪਹਿਲੇ ਦਿਨ ਦੀ ਕਾਰਵਾਈ ਦੇ ਵਿੱਚ ਹੀ ਇਹ ਚੀਜ਼ ਐਨਾਲਿਸਟ ਹੋ ਗਈ ਆ ਕਿ ਇਹ 3 ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣੇ ਨੇ ਜੀ। ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ ਕੈਬਨਿਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਇੱਕ ਕਮੇਟੀ ਜਿਹੜੀ ਆ ਬਣਾ ਦਿੱਤੀ ਜਾਵੇਗੀ ਜਿਹਦੇ ਵਿੱਚ ਕਿਸਾਨਾਂ ਦੇ ਆਗੂ ਵੀ ਸ਼ਾਮਲ ਹੋਣਗੇ, ਜਿਹੜੀ MSP ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਕਰ ਸਕੇਗੀ। ਇਸ ਅੰਦੋਲਨ ਨੂੰ ਇਸ ਸਦੀ ਦੀ ਇੱਕ ਵੱਡੀ ਘਟਨਾ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਏਕਤਾ ਦੀ ਜਿੱਤ ਹੁੰਦੀ ਆ ਜਦੋਂ ਤੁਸੀਂ ਸਹੀ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਯਤਨ ਕਰਦੇ ਆ ਤੇ ਫਿਰ ਇੱਕ ਵਾਰ ਉਹ ਗੱਲ ਸਾਹਮਣੇ ਆਉਂਦੀ ਆ ਜਿਹੜੀ ਰਾਜੇਵਾਲ ਸਾਹਿਬ ਨੇ ਕਿਹਾ ਸੀ ਕਿ ਜੇਕਰ ਅਸੀਂ ਸ਼ਾਂਤਮਈ ਰਹਾਂਗੇ ਤਾਂ ਅਸੀਂ ਜਿੱਤਾਂਗੇ, ਨਹੀਂ ਤਾਂ ਮੋਦੀ ਜਿੱਤੇਗਾ। ਇਸ ਗੱਲ ਨੂੰ ਤੁਸੀਂ 2020 ਦੇ ਵਿੱਚ ਵੀ ਦੇਖ ਸਕਦੇ ਆ, 21 'ਚ ਵੀ ਦੇਖ ਸਕਦੇ ਆ ਤੇ ਤੁਸੀਂ ਇਹਨੂੰ 1920 'ਚ ਵੀ ਦੇਖ ਸਕਦੇ ਆ ਜਦੋਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਹਿੰਸਾ ਜਿਹੜੀ ਆ ਉਹ ਮਾੜੀ ਚੀਜ਼ ਆ ਤੇ ਹਿੰਸਾਤਮਕ ਅੰਦੋਲਨ ਜਿਹੜੇ ਆ ਉਹ ਦੁਨੀਆ ਨੂੰ ਬਦਲ ਵੀ ਸਕਦੇ ਨੇ ਤੇ ਜਿੱਤ ਵੀ ਸਕਦੇ। ਜੀ ਸ਼ਰਮਾ ਜੀ, ਮੈਨੂੰ ਲੱਗਦਾ ਇੱਕ ਸੁਪਰੀਮ ਕੋਰਟ ਦਾ ਸਾਥ ਵੀ ਜ਼ਰੂਰ ਕਿਸਾਨਾਂ ਨੂੰ ਕਿਧਰੇ ਨਾ ਕਿਧਰੇ ਜਾ ਕੇ ਮਿਲਿਆ ਹੈ, ਇਸ ਅੰਦੋਲਨ ਨੂੰ ਜ਼ਰੂਰ ਮਿਲਿਆ। ਸੋ ਹੁਣ ਗੱਲ ਕਰ ਲੈਂਦੇ ਹਾਂ ਅਸੀਂ ਪੰਜਾਬ ਦੀ ਸਿਆਸਤ ਦੀ। ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਕੁਝ ਨਾ ਕੁਝ ਕਿਧਰੇ ਨਾ ਕਿਧਰੇ ਜਾ ਕੇ ਸਮਝ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਾਂਗਰਸ ਦੀ ਜੇ ਅਸੀਂ ਗੱਲ ਕਰ ਲਈਏ ਤਾਂ ਇੱਕ ਮੰਚ ਤੇ ਖੜੇ ਹੁੰਦੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਤੇ ਦੋਨੋਂ ਬਿਆਨਬਾਜ਼ੀਆਂ ਕਰਦੇ ਨੇ। ਇੱਕ ਵੱਖਰੇ ਬਿਆਨ ਦਿੰਦਾ, ਦੂਜਾ ਉਸ ਬਿਆਨ ਦੇ ਉੱਪਰ ਹੀ ਸਵਾਲ ਚੁੱਕ ਛੱਡਦਾ, ਉਹ ਵੀ ਸਾਰਿਆਂ ਦੇ ਵਿੱਚ ਉਸੇ ਹੀ ਸਟੇਜ ਤੇ। ਕੀ ਅਰਥ ਨਿਕਲਦੇ ਨੇ? ਦੇਖੋ ਜੀ, ਇਹਦੇ ਅਰਥ ਜਿਹੜੇ ਨੇ ਉਹ ਸਹੀ ਮਾਇਨੇ 'ਚ ਤਾਂ ਫਰਵਰੀ ਜਾਂ ਮਾਰਚ 2022 'ਚ ਨਿਕਲਣਗੇ, ਜਦੋਂ ਵੋਟਾਂ ਵਾਲੀਆਂ ਮਸ਼ੀਨਾਂ ਦੇ ਵਿੱਚੋਂ ਚੀਕਾਂ ਨਿਕਲਣਗੀਆਂ, ਉਹਨਾਂ ਦੀ ਟੂੰ ਸੁਣਨ ਨੂੰ ਮਿਲੇਗੀ ਤੇ ਉਹਦੇ 'ਚੋਂ ਕੁਝ ਰਿਜ਼ਲਟ ਸਾਹਮਣੇ ਆਉਣਗੇ। ਬਿਲਕੁਲ, ਫਿਰ ਹੀ ਇਹਨਾਂ ਜਿਹੜੀਆਂ ਚੀਜ਼ਾਂ, ਇਹ ਸਾਰਾ ਕੁਝ ਜੋ ਪੰਜਾਬ 'ਚ ਹੋ ਰਿਹਾ, ਇਹਦੇ ਸਹੀ ਅਰਥ ਤੇ ਉਦੋਂ ਹੀ ਨਿਕਲਣਗੇ। ਹਾਲੀ ਇਹਦੇ 2-3 ਤਰੀਕਿਆਂ ਦੇ ਅਰਥ ਜਿਹੜੇ ਨੇ ਸਮਝ ਆਉਂਦੇ ਨੇ ਹਰਪ੍ਰੀਤ ਜੀ। ਇੱਕ ਤੇ ਕਾਂਗਰਸ ਲਈ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਉਹ ਜਿਹੜਾ ਇਹਨਾਂ ਦਾ ਕਾਰਜਕਾਲ ਬੀਤੇ ਦੇ ਵਿੱਚ ਗੁਜ਼ਰਿਆ, ਉਹਦੇ ਤੋਂ ਪਿੱਛਾ ਕਿੱਦਾਂ ਛੁਡਾਇਆ ਜਾਵੇ ਜੀ। ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਤੇ ਚਰਨਜੀਤ ਸਿੰਘ ਚੰਨੀ ਨੂੰ ਮੂਹਰੇ ਲਿਆਂਦਾ ਗਿਆ। 4-5 ਮਹੀਨੇ ਇਸੇ ਟਾਈਮ ਨੂੰ ਲੱਗ ਗਏ, ਇਸੇ ਕੰਮ ਨੂੰ ਲੱਗ ਗਏ ਕਿ ਮੁੱਖ ਮੰਤਰੀ ਬਦਲਿਆ ਕਿਵੇਂ ਜਾਵੇ। ਬੇਅਦਬੀ ਵਾਲੀ ਘਟਨਾ ਜਿਹੜੀ ਸੀ ਉਹਦੇ ਹਾਈ ਕੋਰਟ ਦੇ ਵਿੱਚੋਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਵਾਲੀ ਰੱਦ ਹੋ ਗਈ ਸਿੱਟ। ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਬਦਲਦਾ ਗਿਆ। ਸਿੱਧੂ ਸਾਹਿਬ ਦੇ ਤੇਵਰ ਤਲਖ ਹੋਏ ਤੇ ਕਰਦਿਆਂ ਕਰਾਉਂਦਿਆਂ ਜੂਨ ਤੋਂ ਉਹ ਜਿਹੜੀ ਘਟਨਾ ਸੀ ਉਹ ਸਤੰਬਰ ਤੱਕ ਪਹੁੰਚ ਗਈ। ਹੁਣ ਇਸ ਵੇਲੇ ਜਦੋਂ ਅਸੀਂ ਅਖਬਾਰਾਂ ਦੇਖਦੇ ਹਾਂ ਜਾਂ ਖਬਰਾਂ ਦੇਖਦੇ ਹਾਂ ਤੇ ਇਹੀ ਗੱਲ ਸਾਹਮਣੇ ਆਉਂਦੀ ਆ ਵੀ ਕਾਂਗਰਸ ਦੇ ਵਿੱਚ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਹੋਏ ਨੇ ਤੇ ਸਿੱਧੂ ਸਾਹਿਬ ਉਹਨਾਂ ਨੂੰ ਹੀ ਵੇਲੇ ਕਵੇਲੇ ਘੇਰ ਛੱਡਦੇ ਨੇ, ਦੱਸ ਛੱਡਦੇ ਨੇ, ਆਪਣੀ ਗੱਲ ਕਹਿ ਸਕਦੇ ਨੇ, ਕਹਿੰਦੇ ਨੇ, ਬਹੁਤ ਹੀ ਗੁੱਸੇ ਦੇ ਵਿੱਚ ਕਹਿੰਦੇ ਨੇ। ਅੱਛਾ, ਇੱਕ ਗੱਲ ਹੋ ਰਿਹਾ ਇਹਦੇ 'ਚ ਜੀ,
ਸਿੱਧੂ ਸਾਹਿਬ ਦੀ ਜਿਹੜੀ ਪਲੈਨਿੰਗ ਆ ਉਹ ਬੜੀ ਕਮਾਲ ਦੀ ਆ। ਉਹ ਪਹਿਲਾਂ ਸਿਰਫ ਬੋਲਦੇ ਸੀ, ਫਿਰ ਉਹਨਾਂ ਨੇ ਟਵੀਟ ਕਰਨੇ ਸ਼ੁਰੂ ਕੀਤੇ, ਹੁਣ ਉਹ ਸਟੇਜ ਦੇ ਉੱਤੇ ਬੋਲਣਾ ਸ਼ੁਰੂ ਕੀਤੇ। ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਉੱਥੇ ਹੀ ਬੋਲਦੇ ਨੇ ਜਿੱਥੇ ਚੰਨੀ ਸਾਹਿਬ ਉਹਨਾਂ ਦੇ ਨਾਲ ਖੜੇ ਹੁੰਦੇ ਨੇ। ਬਿਲਕੁਲ, ਤਾਂ ਕਿ ਕੋਈ ਕਹਿ ਨਾ ਸਕੇ ਉਹਨਾਂ ਨੇ ਚੁਗਲੀ ਕੀਤੀ ਹੈ। ਬਿਲਕੁਲ, ਚੁਗਲੀ ਵੀ ਕੀਤੀ ਆ। ਦੂਸਰੀ ਗੱਲ ਇਹ ਵੀ ਆ ਕਿ ਉਹ ਇਹ ਗੱਲ ਵੀ ਕਹਿੰਦੇ ਆਏ, ਨਜ਼ਰ ਆਏ ਨੇ ਬੀਤੇ ਦਿਨਾਂ ਦੇ ਵਿੱਚ ਕਿ ਮੈਂ ਸਿੱਧੂ ਮਾਡਲ ਜਿਹੜਾ ਆ ਉਹ ਸਾਹਮਣੇ ਲੈ ਕੇ ਆਉਣਾ, ਪਰ ਉਦੋਂ ਸਾਹਮਣੇ ਲੈ ਕੇ ਆਉਣਾ ਜਦੋਂ ਮੇਰੀ ਹਾਈ ਕਮਾਂਡ, ਉਹਨਾਂ ਨੇ ਨਾਮ ਲੈ ਕੇ ਦੱਸੇ ਆਪਣੇ ਦਿੱਲੀ ਵਾਲੇ ਲੋਕਾਂ ਦੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਕਿ ਇਹ ਜਦੋਂ ਮੈਨੂੰ ਕਹਿਣਗੇ ਉਦੋਂ ਹੀ ਮੈਂ ਜਿਹੜੀ ਆ ਵਾਗਡੋਰ ਸੰਭਾਲਾਂਗਾ। ਇਸ ਗੱਲ ਤੋਂ ਇਦਾਂ ਲੱਗਦਾ ਕਿ ਹਾਲੇ ਤੱਕ ਸਾਰਾ ਕੁਝ ਸਪਸ਼ਟ ਨਹੀਂ ਹੈਗਾ ਤੇ ਨਵਜੋਤ ਸਿੰਘ ਸਿੱਧੂ ਵੀ ਸਪਸ਼ਟ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪਰ ਉਹ ਸਾਰਾ ਕੁਝ ਕਾਂਗਰਸ ਦੇ ਵਿੱਚ ਹੀ ਰਹਿ ਕੇ ਕਰਨਗੇ ਜਾਂ ਉਹ ਕਿਸੇ ਹੋਰ ਮੁੱਖ ਮੰਤਰੀ ਦੇ ਹੁੰਦੇ ਹੋਏ ਵੀ ਸਾਰਾ ਕੁਝ ਕਰਨਗੇ। ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਬਹੁਤਾ ਕੁਝ ਸਮਝ ਹਾਲੇ ਸਪਸ਼ਟਤਾ ਜਿਹੜੀ ਉਹ ਨਹੀਂ ਆ ਰਹੀ। ਜੀ ਸ਼ਰਮਾ ਜੀ, ਤੁਸੀਂ ਗੱਲ ਕੀਤੀ ਹੈ ਸਿੱਧੂ ਮਾਡਲ ਦੀ। ਸੋ ਪੰਜਾਬ ਦੇ ਵਿੱਚ ਮਾਡਲ ਦਾ ਰੌਲਾ ਬਹੁਤ ਪਿਆ ਹੋਇਆ ਤੇ ਇਹ ਰੌਲਾ ਕਿਉਂ ਪਿਆ ਹੋਇਆ ਤੇ ਕੀ ਹੈ, ਇਸ ਬਾਰੇ ਅਸੀਂ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਸ਼ਰਮਾ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਮਾਡਲ ਦੀ। ਜੇ ਅਸੀਂ ਗੱਲ ਕਰੀਏ, ਸਿੱਧੂ ਸਾਹਿਬ ਕਹਿੰਦੇ ਨੇ ਸਿੱਧੂ ਮਾਡਲ, ਚੰਨੀ ਸਾਹਿਬ ਕਹਿੰਦੇ ਨੇ ਚੰਨੀ ਮਾਡਲ, ਕੇਜਰੀਵਾਲ ਸਾਹਿਬ ਦਿੱਲੀੋਂ ਆਉਂਦੇ ਨੇ ਤੇ ਫਿਰ ਕਹਿੰਦੇ ਨੇ ਕਿ ਦਿੱਲੀ ਮਾਡਲ, ਪ੍ਰਧਾਨ ਮੰਤਰੀ ਕਹਿੰਦੇ ਨੇ ਗੁਜਰਾਤ ਮਾਡਲ। ਸਮਝ ਨਹੀਂ ਆਉਂਦੀ ਕਿ ਇਹਨਾਂ ਸਾਰੇ ਮਾਡਲਾਂ ਦੇ ਵਿੱਚ ਪੰਜਾਬ ਮਾਡਲ ਕਿੱਥੇ ਹੈ। ਦੇਖੋ ਜੀ, ਇਹਨਾਂ ਸਾਰੇ ਮਾਡਲਾਂ ਦੇ ਵਿੱਚ ਹੀ ਪੰਜਾਬ ਮਾਡਲ ਛੁਪਿਆ ਹੋਇਆ ਜੀ, ਪਰ ਕੋਈ ਵੀ ਇੱਕ ਮਾਡਲ ਜਿਹੜਾ ਹੈ ਉਹ ਪੰਜਾਬ ਮਾਡਲ ਨਹੀਂ ਹੋ ਸਕਦਾ। ਇੱਥੇ ਜਿਹੜੇ ਇਹਨਾਂ ਜਿੰਨੇ ਤੁਸੀਂ ਨਾਮ ਲਏ ਨੇ, ਚਾਹੇ ਉਹ ਚੰਨੀ ਮਾਡਲ ਆ, ਚਾਹੇ ਉਹ ਦਿੱਲੀ ਮਾਡਲ ਆ, ਚਾਹੇ ਉਹ ਗੁਜਰਾਤ ਮਾਡਲ ਆ। ਜੇ ਅਸੀਂ ਗੁਜਰਾਤ ਮਾਡਲ ਦੀ ਗੱਲ ਕਰੀਏ ਤੇ ਉਹਦਾ ਤੇ ਹਾਲ ਅਸੀਂ ਦੇਖ ਚੁੱਕੇ ਹਾਂ। ਬਿਲਕੁਲ, ਗੁਜਰਾਤ ਇੱਕ ਚੰਗੀ ਸਟੇਟ ਸੀ, ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਲੰਬਾ ਸਮਾਂ ਮੁੱਖ ਮੰਤਰੀ ਰਹਿ ਕੇ ਕੰਮ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਉਹੀ ਮਾਡਲ ਦਿੱਲੀ ਦੇ ਵਿੱਚ ਲਿਆ ਕੇ ਪੂਰੇ ਦੇਸ਼ ਲਈ ਲਾਗੂ ਕਰਨ ਦੀ ਗੱਲ ਕੀਤੀ ਜੀ। ਪਰ ਅਸੀਂ ਜਾਣਦੇ ਹਾਂ ਕਿ ਸਾਰਾ ਭਾਰਤ ਜਿਹੜਾ ਆ ਉਹ ਗੁਜਰਾਤ ਨਹੀਂ ਹੈ। ਬਿਲਕੁਲ, ਨਾ ਹੀ ਪੰਜਾਬ ਜਿਹੜਾ ਆ ਉਹ ਦਿੱਲੀ ਆ ਜੀ। ਇਸ ਮਾਮਲੇ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਗੱਲ ਆ ਉਹ ਕੁਝ ਹੱਦ ਤੱਕ ਨਹੀਂ, ਕਾਫੀ ਹੱਦ ਤੱਕ ਠੀਕ ਜਾਪਦੀ ਆ ਜੀ ਕਿ ਪੰਜਾਬ ਦੀਆਂ ਸਮੱਸਿਆਵਾਂ ਵੱਖਰੀਆਂ ਨੇ, ਪੰਜਾਬ ਦੇ ਲੋਕ ਵੱਖਰੇ ਨੇ, ਪੰਜਾਬ ਦਾ ਕਲਚਰ ਵੱਖਰਾ ਆ। ਪੰਜਾਬ ਲਈ ਇਸ ਕਰਕੇ ਮਾਡਲ ਵੀ ਪੰਜਾਬ ਦਾ ਹੀ ਹੋਣਾ ਚਾਹੀਦਾ। ਬਿਲਕੁਲ, ਹਾਲਾਂਕਿ ਉਹ ਵੀ ਇਸ ਤੋਂ ਥੋੜ੍ਹਾ ਜਿਹਾ ਅੱਗੇ ਲੰਘ ਕੇ ਉਹਨਾਂ ਨੇ ਇਹਨੂੰ ਸਿੱਧੂ ਮਾਡਲ ਦਾ ਨਾਮ ਦੇ ਦਿੱਤਾ। ਜੇ ਇਹਨੂੰ ਪੰਜਾਬ ਮਾਡਲ ਰੱਖਦੇ ਤੇ ਉਹ ਜ਼ਿਆਦਾ ਚੰਗੀ ਗੱਲ ਹੁੰਦੀ ਜੀ। ਅਸੀਂ ਜਾਣਦੇ ਹਾਂ ਕਿ ਜਿਹੜਾ ਕਾਰਪੋਰੇਟ ਕਲਚਰ ਸਾਡੇ ਉੱਤੇ ਕੇਂਦਰ ਸਰਕਾਰ ਵੱਲੋਂ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਥੋਪਿਆ ਜਾ ਰਿਹਾ, ਉਹ ਵਿਕਸਿਤ ਦੇਸ਼ਾਂ ਦੀ ਨਕਲ ਆ। ਪਰ ਹਰਪ੍ਰੀਤ ਜੀ, ਉਹਨਾਂ ਦੇਸ਼ਾਂ ਦੀ ਨਕਲ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇਸ਼ਾਂ ਦੀਆਂ ਸਮੱਸਿਆਵਾਂ, ਉਹਨਾਂ ਦੇਸ਼ਾਂ ਦੀ ਭੂਗੋਲਿਕਤਾ, ਉਹਨਾਂ ਦੇਸ਼ਾਂ ਦੀ ਜਿਹੜੀ ਜਲਵਾਯੂ ਵੀ ਤੁਸੀਂ ਕਹਿ ਸਕਦੇ ਹੋ, ਉਹਨਾਂ ਦੇਸ਼ਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਸਾਡੇ ਨਾਲੋਂ ਇੰਟਾਇਰਲੀ ਡਿਫਰੈਂਟ ਆ। ਉੱਥੇ ਇਸ ਮਾਡਲ ਨੂੰ ਲਾਗੂ ਕੀਤਾ ਜਾ ਸਕਦਾ। ਜੇਕਰ ਅਸੀਂ ਕਾਰਪੋਰੇਟ ਖੇਤੀ ਦੀ ਹੀ ਗੱਲ ਕਰੀਏ ਤੇ ਭਾਰਤ ਦੀ 125 ਕਰੋੜ ਤੋਂ ਵੀ ਜ਼ਿਆਦਾ ਆਬਾਦੀ ਆ, ਅੱਧੀ ਤੋਂ ਜ਼ਿਆਦਾ ਆਬਾਦੀ ਸਿੱਧੀ ਖੇਤੀ ਨਾਲ ਜੁੜੀ ਹੋਈ ਆ। ਜੇ ਇਸ ਆਬਾਦੀ ਨੂੰ ਤੁਸੀਂ ਖੇਤੀ ਤੋਂ ਵਿਰਵਾ ਕਰਕੇ ਕੁਝ ਨਿੱਜੀ ਹੱਥਾਂ ਦੇ ਵਿੱਚ ਸਾਰੀ ਦੀ ਸਾਰੀ ਖੇਤੀ ਦੇ ਦੋਗੇ ਤਾਂ ਆਬਾਦੀ ਜਿਹੜੀ ਆ ਉਹ ਇਸ ਖੇਤੀ ਨਾਲ ਜਿਹੜੀ ਜੁੜੀ ਹੋਈ ਆ ਉਹ ਕੀ ਕੰਮ ਕਰੂਗੀ। ਬਿਲਕੁਲ, ਖੇਤੀ ਜਦੋਂ ਸਾਰੀ ਦੀ ਸਾਰੀ ਮਸ਼ੀਨੀ ਹੋ ਜਾਏਗੀ ਤੇ ਫਿਰ ਇੰਨੀ ਵੱਡੀ ਲੇਬਰ ਨੂੰ ਅਸੀਂ ਕਿੱਥੇ ਐਡਜਸਟ ਕਰਾਂਗੇ। ਬਿਲਕੁਲ, ਸਰਕਾਰ ਨੂੰ 1 ਸਾਲ ਲਈ ਮੁਫਤ ਰਾਸ਼ਨ ਦੇਣਾ ਹੀ ਮੁਸ਼ਕਲ ਹੋ ਗਿਆ। ਫ੍ਰੀ ਦੀਆਂ ਸਕੀਮਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ, ਸਰਕਾਰ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਆ, ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਦੇਣਾ। ਬੀਤੇ ਦੇ ਵਿੱਚ ਸੁਪਰੀਮ ਕੋਰਟ ਨੂੰ ਬਹੁਤ ਵਾਰ ਇਹ ਗੱਲ ਕਹਿਣੀ ਪਈ ਕਿ ਸਰਕਾਰ ਦਾ ਕੰਮ ਹੈ ਭੁੱਖੇ ਲੋਕਾਂ ਦੀ ਜਿਹੜੀ ਆ ਹਿਫਾਜ਼ਤ ਕਰਨੀ, ਉਹਨਾਂ ਨੂੰ ਰੋਟੀ ਦੇਣੀ, ਉਹਨਾਂ ਦੇ ਕੱਪੜੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹਦਾ ਪ੍ਰਬੰਧ ਕਰਨਾ। ਪਰ ਸਰਕਾਰਾਂ ਉਸ ਮਾਡਲ ਦੇ ਉੱਤੇ ਤੁਰੀਆਂ ਹੋਈਆਂ ਨੇ ਕਿ ਸਾਨੂੰ ਘੱਟ ਤੋਂ ਘੱਟ ਗਵਰਨੈਂਸ ਕਰਨੀ ਪਵੇ ਤੇ ਵੱਧ ਤੋਂ ਵੱਧ ਅਸੀਂ ਸਰਕਾਰ ਚਲਾਉਣ ਤੱਕ ਦੇ ਹੀ ਕੰਮਾਂ ਦੇ ਵਿੱਚ ਮਸਰੂਫ ਰਹੀਏ। ਸੋ ਜੇ ਅਸੀਂ ਉਸ ਮਾਡਲ ਵਾਲੇ ਸ਼ਬਦ ਤੋਂ ਗੱਲ ਤੁਹਾਡੀ ਤੇ ਵਾਪਸ ਆਈਏ ਤੇ ਚਾਹੇ ਉਹ ਕੋਈ ਵੀ ਮਾਡਲ ਹੋਵੇ, ਪੰਜਾਬ ਦਾ ਮਾਡਲ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਨਹੀਂ ਬਣਾਇਆ ਜਾ ਸਕਦਾ। ਉਹ ਪੰਜਾਬ ਦੇ ਵਿੱਚ ਬੈਠ ਕੇ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਣਾਇਆ ਜਾਵੇ। ਫਿਰ ਉਹਦੇ ਚੋਂ ਕੁਝ ਚੀਜ਼ਾਂ ਭਾਵੇਂ ਦਿੱਲੀ ਵਾਲੀਆਂ ਹੋਣ, ਭਾਵੇਂ ਗੁਜਰਾਤ ਵਾਲੀਆਂ ਹੋਣ, ਭਾਵੇਂ ਤੁਸੀਂ ਕੋਈ ਕੈਨੇਡਾ ਅਮਰੀਕੇ ਵਾਲੀਆਂ ਲੈ ਆਓ। ਬਿਲਕੁਲ, ਪਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਹੱਲ ਹੋਣੀਆਂ ਚਾਹੀਦੀਆਂ ਨੇ ਜੀ।
ਜੀ ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਜਦੋਂ ਉਹ ਮੁੱਖ ਮੰਤਰੀ ਬਣੇ ਸੀ ਤਾਂ ਸਭ ਤੋਂ ਵੱਡੇ ਖੈਰਖਵਾਹ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਸੀ ਤੇ ਫਿਰ ਇੱਕਦਮ ਉਸ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਵੀ ਨਵਜੋਤ ਸਿੰਘ ਸਿੱਧੂ ਹੀ ਨਜ਼ਰ ਆਏ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਵਿਰੋਧੀਆਂ ਦੇ ਵਿੱਚ ਬਹੁਤ ਸਾਰੇ ਨਾਮ ਜੁੜਦੇ ਜਾ ਰਹੇ ਨੇ। ਕੀ ਕਹਿਣਾ ਚਾਹੋਗੇ? ਦੇਖੋ, ਤੁਹਾਡੀ ਗੱਲ ਜਿਹੜੀ ਆ ਉਹ ਬਿਲਕੁਲ ਠੀਕ ਹੈ ਹਰਪ੍ਰੀਤ ਜੀ, ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਤੌਰ ਤੇ ਨਾਮ ਉਹਨਾਂ ਦਾ ਸਾਹਮਣੇ ਆਇਆ ਜੀ ਤੇ ਉਦੋਂ ਉਹਨਾਂ ਦੇ ਮੋਢੇ ਦੇ ਉੱਤੇ ਹੱਥ ਜਿਹੜਾ ਆ ਉਹ ਸਿੱਧੂ ਸਾਹਿਬ ਦਾ ਸੀ ਜੀ ਤੇ ਕਿਹਾ ਜਾਂਦਾ ਸੀਗਾ ਕਿ ਇਹ ਡੰਮੀ ਮੁੱਖ ਮੰਤਰੀ ਬਣਨਗੇ 3-4 ਮਹੀਨੇ 4 ਮਹੀਨੇ 5 ਮਹੀਨੇ ਜਿੰਨਾ ਵੀ ਟਾਈਮ ਆ ਤੇ ਉਸ ਤੋਂ ਬਾਅਦ ਜਿਹੜੀ ਕਮਾਂਡ ਆ ਉਹ ਸ਼ਿਫਟ ਹੋ ਜਾਏਗੀ ਜੀ। ਪਰ ਚੰਨੀ ਸਾਹਿਬ ਨੇ ਬਹੁਤ ਕੁਝ ਅਜਿਹਾ ਕੀਤਾ ਜਾਂ ਬਹੁਤ ਕੁਝ ਅਜਿਹਾ ਕਰਨ ਦਾ ਯਤਨ ਕੀਤਾ, ਕਿਉਂਕਿ ਕੁਰਸੀ ਮਿਲੀ ਸੀ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਨਾ ਮਿਲੇ ਜਾਂ ਇਹ ਖੁੱਸ ਜਾਵੇ। 90 ਸਾਲ ਤੋਂ ਉੱਪਰ ਉਮਰ ਹੋ ਗਈ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਵੀ ਚਾਹੁੰਦੇ ਨੇ ਕਿ ਉਹ ਵੀ ਕਹਿੰਦੇ ਨੇ ਕਿ ਮੈਂ 6ਵੀਂ ਵਾਰ ਵੀ ਮੁੱਖ ਮੰਤਰੀ ਬਣ ਸਕਦਾ ਤੇ ਮੈਂ ਬਣਨਾ ਚਾਹੁੰਦਾ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਮੇਰੀ ਤਮੰਨਾ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਹੋਰ ਮੁੱਖ ਮੰਤਰੀ ਬਣਨ। ਇੱਥੇ ਤੇ ਕ੍ਰਿਕਟ ਖੇਡਦੇ ਬੰਦਿਆਂ ਨੂੰ ਟੀਮ ਦੇ ਵਿੱਚੋਂ ਕੱਢਣਾ ਹੋਵੇ ਤੇ ਕਈ ਸਾਲ ਲੱਗ ਜਾਂਦੇ ਨੇ ਤੇ ਇੱਥੇ ਕੁਰਸੀ ਆ ਜੀ। ਸੋ ਚੰਨੀ ਸਾਹਿਬ ਦੀ ਜਿਹੜੀ ਗੱਲ ਹੋਈ ਆ ਉਹਦੇ ਵਿੱਚ ਦੇਖੋ, ਜਦੋਂ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਦੇ ਆ ਤੇ ਵਿਰੋਧ ਤੇ ਤੁਹਾਡਾ ਹੋਣਾ ਹੀ ਆ। ਵਿਰੋਧੀ ਧਿਰ ਦੇ ਲੋਕਾਂ ਨੇ ਤੇ ਕੁਝ ਨਾ ਕੁਝ ਕਹਿਣਾ ਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਵਿਰੋਧ ਕਰਨਾ ਸੀ, ਇਹ ਵੀ ਜਾਇਜ਼ ਆ ਜੀ, ਕਿਉਂਕਿ ਉਹ ਪਾਰਟੀ ਤੋਂ ਹੁਣ ਦੂਜੇ ਪਾਸੇ ਗਏ ਨੇ ਤੇ ਉਹਨਾਂ ਨੇ ਪਰ ਜਿਹੜੀ ਗੱਲ ਕਹੀ ਆ ਉਹਦਾ ਜਵਾਬ ਚੰਨੀ ਸਾਹਿਬ ਨੇ ਕੋਈ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰਾ ਤੇ ਨਾਮ ਲੱਗਦਾ ਰਲਿਆ ਹੋਣ ਦਾ, ਮੈਂ ਤੇ ਸਿਟੀ ਸੈਂਟਰ ਘਟਾਲੇ ਦੇ ਵਿੱਚ ਕੇਸ ਭੁਗਤਿਆ 12-13 ਸਾਲ ਜੀ। ਪਰ ਚਰਨਜੀਤ ਸਿੰਘ ਚੰਨੀ ਨੇ ਤੇ ਆਪਣੇ ਭਰਾ ਲਈ ਮਾਫੀਨਾਮਾ ਬਾਦਲ ਸਾਹਿਬ ਕੋਲੋਂ ਪਹਿਲਾਂ ਹੀ ਜਾ ਕੇ ਲੈ ਲਿਆ ਸੀ। ਇਸੇ ਗੱਲ ਦੀ ਪ੍ਰੋੜਤਾ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਤੇ ਬਿਕਰਮਜੀਤ ਮਜੀਠੀਆ ਨੇ ਵੀ ਕੀਤੀ ਜੀ। ਉਹਨਾਂ ਨੇ ਤੇ ਮਜੀਠੀਆ ਸਾਹਿਬ ਨੇ ਤਾਂ ਕਿਹਾ ਕਿ ਮੈਂ ਨਾਲ ਲੈ ਕੇ ਗਿਆ ਸੀ ਇਹਨਾਂ ਨੂੰ, ਤੇ ਸੁਖਬੀਰ ਸਿੰਘ ਬਾਦਲ ਨੇ ਅੱਜ ਗੱਲ ਕੀਤੀ ਕਿ ਇਹ ਮਾਈਨਿੰਗ ਦੀਆਂ ਗੱਲਾਂ ਕਰਦੇ ਨੇ ਤੇ ਰੋਪੜ ਜਾ ਕੇ ਕਿਸੇ ਕੋਲੋਂ ਪੁੱਛ ਲਓ ਤੇ ਮਾਈਨਿੰਗ ਸਭ ਤੋਂ ਜ਼ਿਆਦਾ ਚੰਨੀ ਸਾਹਿਬ ਆਪ ਉਹਦੇ ਵਿੱਚ ਲਿਬੜੇ ਹੋਏ ਨੇ। ਹੁਣ ਸਿੱਧੀ ਉਹ ਆਪ ਕਰਦੇ ਨੇ ਜਾਂ ਕਿਸੇ ਨੂੰ ਕਰਾਉਂਦੇ ਨੇ, ਪਰ ਇੱਕ ਗੱਲ ਦੇਖਣੀ ਪਵੇਗੀ ਕਿ ਵਿਰੋਧੀਆਂ ਨੇ ਤੇ ਵਿਰੋਧ ਕਰਨਾ ਹੀ ਆ ਜੀ। ਪਰ ਜੋ ਬੀਤੇ ਦਿਨਾਂ ਦੇ ਵਿੱਚ ਮੈਂ ਇੱਕ ਘਟਨਾ ਦੇਖੀ ਜਿਹਨੇ ਮੈਨੂੰ ਲੱਗਿਆ ਕਿ ਚੰਨੀ ਸਾਹਿਬ ਦਾ ਵਿਰੋਧ ਜਿਹੜਾ ਆ ਉਹ ਵਿਰੋਧ ਵੀ ਹੋ ਰਿਹਾ ਤੇ ਉਹਨਾਂ ਦਾ ਜਿਹੜਾ ਕੱਦ ਬੁੱਤ ਆ ਉਹ ਵੀ ਹਾਲੇ ਮੁੱਖ ਮੰਤਰੀ ਜਿੰਨਾ ਵੱਡਾ ਨਹੀਂ ਹੋਇਆ ਜੀ। ਪਟਿਆਲਾ ਦੇ ਵਿੱਚ ਯੂਨੀਵਰਸਿਟੀ 'ਚ ਗਏ ਹੋਏ ਸੀ ਤੇ ਉਹਨਾਂ ਦੇ ਹੀ ਆਪਣੇ ਵਿਧਾਇਕ ਨੇ ਜਲਾਲਪੁਰ ਜੀ, ਉਹਨਾਂ ਨੇ ਉੱਥੇ ਉਹਨਾਂ ਦੇ ਸਾਹਮਣੇ ਹੀ ਸਟੇਜ ਦੇ ਵਿੱਚ ਲੱਗੀ ਤੋਂ ਬੋਲ ਕੇ ਜੋ ਜਿਹੀਆਂ ਗੱਲਾਂ ਕੀਤੀਆਂ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਜੋ ਕੁਝ ਕਿਹਾ ਤੇ ਚੰਨੀ ਸਾਹਿਬ ਉੱਥੇ ਇੱਕ ਸ਼ਬਦ ਵੀ ਬੋਲ ਨਹੀਂ ਸਕੇ। ਇਸੇ ਤਰੀਕੇ ਦੇ ਨਾਲ ਕੱਲ ਫਿਰ ਗੁਰੂ ਹਰਸਹਾਏ ਗਏ ਹੋਏ ਸੀ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ। ਇਸ ਵਿਰੋਧ ਨੂੰ ਜਾਂ ਇਹਨਾਂ ਸਵਾਲ ਪੁੱਛਣ ਦੀ ਤਰਬੀਅਤ ਨੂੰ ਤੇ ਤੁਸੀਂ ਉਹਦੇ ਚੋਂ ਲਿਆ ਸਕਦੇ ਆ ਕਿ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਥੋੜਾ ਜਿਹਾ ਸਜਗ ਕੀਤਾ ਜਾਂ ਤਿੱਖਿਆਂ ਕੀਤਾ ਤੇ ਹੁਣ ਲੋਕ ਆਪਣੇ ਲੀਡਰਾਂ ਕੋਲੋਂ ਸਵਾਲ ਪੁੱਛਣ ਲੱਗ ਗਏ ਨੇ ਜੀ। ਪਰ ਫਿਰ ਵੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਰਾਜਨੀਤੀ ਦੇ ਵਿੱਚ ਹਾਲਾਂਕਿ ਬਹੁਤ ਲੰਬਾ ਸਮਾਂ ਹੋ ਗਿਆ, ਪਰ ਉਹ ਹਾਲੇ ਥੋੜੀ ਦੇਰ ਦੇ ਮੁੱਖ ਮੰਤਰੀ ਨੇ। ਆਉਣ ਵਾਲੇ ਸਮੇਂ 'ਚ ਸਰਕਾਰ ਦੁਬਾਰਾ ਬਣਦੀ ਆ ਨਹੀਂ ਬਣਦੀ, ਜੇ ਦੁਬਾਰਾ ਬਣਦੀ ਆ ਤੇ ਇਹਨਾਂ ਦਾ ਨੰਬਰ ਲੱਗਦਾ ਹੈ ਕਿ ਨਹੀਂ ਲੱਗਦਾ। ਜੇ ਲੱਗਦਾ ਇਹਨਾਂ ਦਾ ਨੰਬਰ ਤਾਂ ਇਹਨਾਂ ਨੂੰ ਚੋਣਾਂ ਤੋਂ ਬਾਅਦ ਉਹ ਟਾਈਮ ਮਿਲੇਗਾ ਜਦੋਂ ਇਹ ਆਪਣੇ ਪਿਛਲੇ 3-4 ਮਹੀਨਿਆਂ ਦੇ ਮੁੱਖ ਮੰਤਰੀਸ਼ਿਪ ਨੂੰ ਦੇਖ ਕੇ ਬਹੁਤ ਕੁਝ ਸਿੱਖ ਸਕਣਗੇ ਕਿ ਮੁੱਖ ਮੰਤਰੀ ਨੂੰ ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਵੇਂ ਉਹਨਾਂ ਦਾ ਰਾਬਤਾ ਸਾਰੇ ਲੋਕਾਂ ਨਾਲ ਹੋਣਾ ਚਾਹੀਦਾ ਤੇ ਕਿਵੇਂ ਉਹਨਾਂ ਨੂੰ ਰਿਐਕਟ ਕਰਨਾ ਚਾਹੀਦਾ ਕਿ ਤਾਂ ਜੋ ਲੋਕ ਸਭਾਵਾਂ ਦੇ ਵਿੱਚ ਉਹਨਾਂ ਦੇ ਖਿਲਾਫ ਨਾ ਬੋਲਣ। ਹਾਲਾਂਕਿ ਸਾਨੂੰ ਤੇ ਇਹ ਗੱਲਾਂ ਚੰਗੀਆਂ ਲੱਗਦੀਆਂ ਕਿ ਓਪਨਲੀ ਲੋਕ ਬੋਲਦੇ ਨੇ ਤੇ ਫਿਰ ਲੋਕਤੰਤਰ ਤਾਂ ਇਹੀ ਆ ਕਿ ਹਰ ਬੰਦਾ ਆਪਣੀ ਗੱਲ ਰੱਖ ਸਕੇ, ਪਰ ਫਿਰ ਵੀ ਇੱਕ ਨਜ਼ਰੀਏ ਤੋਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਕੁਝ ਹੱਦ ਤੱਕ ਭੱਦੀਆਂ ਵੀ ਲੱਗਦੀਆਂ। ਜੀ ਸ਼ਰਮਾ ਜੀ, ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਿਹੋ ਜਿਹਾ ਹੋਣਾ ਚਾਹੀਦਾ। ਸੋ ਜੇ ਅਸੀਂ ਗੱਲ ਕਰ ਲਈਏ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ, ਜਦੋਂ ਉਹ ਜਿੱਤੇ ਸਨ ਤਾਂ ਲੋਕ ਬਹੁਤ ਸਾਰੀਆਂ ਉਹਨਾਂ ਦੀਆਂ ਸਾਦਗੀ ਦੀਆਂ ਫੋਟੋਆਂ ਪਾਉਂਦੇ ਸਨ ਤੇ ਕਹਿੰਦੇ ਸੀ ਕਿ ਮੁੱਖ ਮੰਤਰੀ ਸਾਡਾ ਇਹੋ ਜਿਹਾ ਹੋਣਾ ਚਾਹੀਦਾ। ਤੇ ਹੁਣ ਬਹੁਤ ਸਾਰੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਮੈਂਬਰ ਵੀ ਆ ਕੇ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਆਪਣਾ ਭਵਿੱਖ ਇਸ ਵਿੱਚ ਦੇਖ ਰਹੇ ਨੇ? ਜੀ ਹਰਪ੍ਰੀਤ ਜੀ, ਭਾਰਤ ਦੀ ਜਦੋਂ ਅਸੀਂ ਰਾਜਨੀਤੀ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਖੇਤਰੀ ਰਾਜਨੀਤਿਕ ਪਾਰਟੀਆਂ ਜੀ, ਜਿਹੜੇ ਉਹਨਾਂ ਦਾ ਜਿਹੜਾ ਯੋਗਦਾਨ ਆ ਉਹਨਾਂ ਨੂੰ ਤੁਸੀਂ ਕਿਤੇ ਵੀ ਕਿਸੇ ਵੀ ਸਟੇਟ ਦੇ ਵਿੱਚ ਅੱਖੋਂ ਪਰੋਖੇ ਨਹੀਂ ਕਰ ਸਕਦੇ ਜੀ। ਕੁਝ ਕੁ ਸਟੇਟਾਂ ਅਜਿਹੀਆਂ ਨੇ ਜਿੱਥੇ ਖੇਤਰੀ ਪਾਰਟੀਆਂ ਦਾ ਜਿਹੜਾ ਦਮ ਆ ਉਹ ਘਟ ਰਿਹਾ, ਪਰ ਪੰਜਾਬ ਹੋਵੇ, ਚਾਹੇ ਬੰਗਾਲ ਹੋਵੇ, ਚਾਹੇ ਉੱਤਰ ਪ੍ਰਦੇਸ਼ ਹੋਵੇ, ਚਾਹੇ ਤਾਮਿਲਨਾਡੂ ਹੋਵੇ, ਚਾਹੇ ਆਂਧਰਾ ਹੋਵੇ, ਚਾਹੇ ਕੇਰਲ ਹੋਵੇ, ਕੋਈ ਵੀ ਵੱਡੀ ਛੋਟੀ ਸਟੇਟ ਅਜਿਹੀ ਨਹੀਂ ਹੈ ਪੰਜਾਬ ਵਿੱਚ ਜਿੱਥੇ ਖੇਤਰੀ ਪਾਰਟੀਆਂ ਨਹੀਂ ਹਨ ਜੀ। ਕੁਝ ਸਟੇਟਾਂ ਹਨ ਜਿੱਥੇ ਨਹੀਂ ਹਨ, ਜਿਵੇਂ ਗੁਜਰਾਤ ਹੈ ਜਾਂ ਰਾਜਸਥਾਨ ਹੈ,
ਇੱਥੇ ਇਹਨਾਂ ਦਾ ਜਿਹੜਾ ਦਮਖਮ ਆ ਉਹ ਘੱਟ ਨਜ਼ਰ ਆਉਂਦਾ। ਜੀ ਪਰ ਫੇਰ ਵੀ ਖੇਤਰੀ ਪਾਰਟੀਆਂ ਜਿਹੜੀਆਂ ਆ ਉਹ ਬਹੁਤ ਵੱਡੇ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ। ਜੀ ਤੇ ਜਦੋਂ ਅਸੀਂ ਚਾਹੇ 2019 ਦੀਆਂ ਇਲੈਕਸ਼ਨਸ ਦੇਖੀਏ ਤੇ ਚਾਹੇ 14 ਦੀਆਂ ਦੇਖੀਏ, ਹਾਲਾਂਕਿ ਅਸੀਂ ਬੀਜੇਪੀ ਨੂੰ ਬਹੁਤ ਵੱਡੇ ਰੂਪ 'ਚ ਦੇਖਦੇ ਹਾਂ, ਪਰ ਇਹਨਾਂ ਦਾ ਵੋਟ ਪਰਸੈਂਟੇਜ ਜਿਹੜਾ ਆ ਉਹ 30, 32, 33 ਤੱਕ ਹੀ ਰਹਿੰਦਾ। ਸੋ ਇਸ ਤਰੀਕੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਜੇ 30-32% ਵੋਟ ਇਹਨਾਂ ਦੀ ਆ, ਕਾਂਗਰਸ ਦੀ ਘੱਟ ਆ, ਤੇ ਫਿਰ ਬਾਕੀ ਵੋਟ ਪਰਸੈਂਟੇਜ ਕਿੱਥੇ ਆ? ਜੀ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਖੇਤਰੀ ਪਾਰਟੀਆਂ ਕੋਲ ਜੁੜੀ ਹੁੰਦੀ ਆ, ਉਹ ਵੰਡੀ ਹੋਈ ਹੁੰਦੀ ਆ। ਇਸ ਕਰਕੇ ਫਿਰ ਜਿਹੜਾ ਦੂਸਰਾ ਤਰੀਕਾ ਸਾਡੇ ਸਾਹਮਣੇ ਆਉਂਦਾ ਕਿ ਇਸੇ ਕਰਕੇ ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿ ਵੋਟ ਪਰਸੈਂਟੇਜ ਜਿੱਤਣਾ ਤੇ ਸੀਟਾਂ ਜਿੱਤਣਾ ਜਿਹੜਾ ਆ ਉਹ ਇੱਕ ਵੱਖੋ ਵੱਖਰਾ ਤਰੀਕਾ ਆ ਭਾਰਤ ਦੇ ਵਿੱਚ ਖਾਸ ਤੌਰ ਤੇ। ਜੀ ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮੈਡਮ ਮਮਤਾ ਬੈਨਰਜੀ ਦੀ, ਉਹ ਆਪਣੀ ਸਾਦਗੀ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਨੇ, ਨਾਰਮਲ ਜਿਹੀ ਲਾਈਫ ਜੀਂਦੇ ਨੇ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਸੀ। ਉਹਨਾਂ ਦੇ ਨਾਲ ਕੁਝ ਅਜਿਹਾ ਹੋਇਆ, ਉਹਨਾਂ ਨੇ ਪਾਰਟੀ ਛੱਡੀ, ਆਪਣੀ ਪਾਰਟੀ ਬਣਾਈ ਤੇ ਪੱਛਮੀ ਬੰਗਾਲ ਦੇ ਵਿੱਚੋਂ ਕਮਿਊਨਿਸਟ ਰਾਜ ਦਾ ਖਾਤਮਾ ਕੀਤਾ। ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਹਰਾਇਆ ਤੇ ਮੇਰਾ ਖਿਆਲ ਹੈ ਹੁਣ ਉਹ ਉੱਥੇ ਮੁੱਖ ਮੰਤਰੀ ਨੇ। ਬਹੁਤ ਵੱਡੀ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਆ। ਬੀਜੇਪੀ ਨੂੰ ਇਦਾਂ ਲੱਗਦਾ ਸੀਗਾ ਕਿ ਉਹਨਾਂ ਨੇ ਮਮਤਾ ਬੈਨਰਜੀ ਦੇ ਪਾਲੇ ਦੇ ਵਿੱਚ ਕੋਈ ਲੀਡਰ ਹੀ ਨਹੀਂ ਛੱਡਿਆ। ਇੰਨੇ ਮੰਤਰੀ, ਇੰਨੇ ਵਿਧਾਇਕ ਉਧਰੋਂ ਤੋੜ ਲਏ ਸੀ ਕਿ ਉਹਨਾਂ ਨੂੰ ਲੱਗਦਾ ਨਹੀਂ ਸੀਗਾ ਕਿ ਇੱਥੇ ਕੋਈ ਜਿਹੜੀ ਹੈ ਗੱਲ ਹੁਣ ਕਿਸੇ ਹੋਰ ਦੀ ਬਣੇਗੀ। ਸਿਆਸੀ ਪੰਡਤ ਵੀ ਇਹ ਸੋਚਦੇ ਸੀ ਕਿ ਬੀਜੇਪੀ ਉੱਥੇ ਬਹੁਤ ਵੱਡਾ ਜਿਹੜਾ ਆ ਜਿੱਤ ਪ੍ਰਾਪਤ ਕਰੇਗੀ, ਪਰ ਫਿਰ ਵੀ ਕਿਸਾਨ ਅੰਦੋਲਨ ਦੇ ਚੱਲਦਿਆਂ ਜਾਂ ਉਹਨਾਂ ਦੀ ਆਪਣੀ ਮਿਹਨਤ ਦੇ ਚੱਲਦਿਆਂ ਉਹਨਾਂ ਨੇ ਪੱਛਮੀ ਬੰਗਾਲ ਨੂੰ ਸਿਰਫ ਬਚਾਇਆ ਹੀ ਨਹੀਂ, ਬੀਜੇਪੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਵੀ ਧਰੀਆਂ ਧਰਾਈਆਂ ਰਹਿਣ ਦਿੱਤਾ। ਉਸ ਤੋਂ ਚੋਣਾਂ ਦੇ ਦੌਰਾਨ ਹੀ ਬੀਜੇਪੀ ਦੇ ਬਹੁਤ ਵੱਡੇ ਨੇਤਾ ਜਸ਼ਵੰਤ ਸਿਨਹਾ, ਜਿਹੜੇ ਕਿ ਕਦੇ ਫਾਈਨਾਂਸ ਮਿਨਿਸਟਰ ਰਹੇ ਬੀਜੇਪੀ ਦੇ ਵਿੱਚ, ਉਹਨਾਂ ਨੇ ਮਮਤਾ ਬੈਨਰਜੀ ਨੂੰ ਜੁਆਇਨ ਕਰ ਲਿਆ ਸੀ। ਅੱਜ ਦੀ ਜਿਹੜੀ ਤਾਜ਼ਾ ਖਬਰ ਆ, ਮੇਘਾਲਿਆ ਤੋਂ ਕਾਂਗਰਸ ਦੇ 17 ਮੈਂਬਰ ਸੀ ਵਿਧਾਨ ਸਭਾ ਦੇ, ਤੇ ਉਹਨਾਂ ਚੋਂ 12 ਛੱਡ ਕੇ TMC ਜੁਆਇਨ ਕਰ ਗਏ। ਮਮਤਾ ਬੈਨਰਜੀ ਬੀਤੇ ਦਿਨਾਂ ਦੇ ਵਿੱਚ ਗੋਆ ਦੇ ਵਿੱਚ ਵੀ ਨਜ਼ਰ ਆਏ। ਮਮਤਾ ਬੈਨਰਜੀ ਦੀ ਗੱਲ ਜਿਹੜੀ ਆ ਉਹ ਸਾਰੇ ਭਾਰਤ ਦੇ ਵਿੱਚ ਨਜ਼ਰ ਆਉਂਦੀ ਆ। ਉਹਨਾਂ ਦੇ ਪਾਰਟੀ ਦੇ MP ਤੇ MLA ਜਿਹੜੇ ਆ ਉਹ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਉੱਥੇ ਵੀ ਪਹੁੰਚੇ। ਜਦੋਂ ਮਹਾਰਾਸ਼ਟਰ ਦੇ ਸ਼ਰਦ ਪਵਾਰ ਨੇ ਉਹ ਗੱਲ ਕਰਦੇ ਨੇ ਭਾਰਤ ਦੀ ਰਾਜਨੀਤੀ ਦੀ, ਤੇ ਉਹ ਵੀ ਮਮਤਾ ਬੈਨਰਜੀ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਨੇ। ਹਰਿਆਣਾ ਤੋਂ ਕਾਂਗਰਸ ਦੇ ਬਹੁਤ ਵੱਡੇ ਨੇਤਾ ਅਸ਼ੋਕ ਤੰਵਰ, ਜਿਹੜੇ ਕਿ ਕਦੇ ਹਰਿਆਣਾ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਮੇਰੇ ਖਿਆਲ ਆਲ ਇੰਡੀਆ ਯੂਥ ਦੇ ਪ੍ਰਧਾਨ ਵੀ ਰਹੇ, ਉਹਨਾਂ ਨੇ ਵੀ ਬੀਤੇ ਦਿਨੀ ਛੱਡ ਕੇ ਕਾਂਗਰਸ ਨੂੰ ਤੇ ਮਮਤਾ ਬੈਨਰਜੀ ਦੀ TMC ਨੂੰ ਜੁਆਇਨ ਕਰ ਲਿਆ। ਕੀਰਤੀ ਆਜ਼ਾਦ ਨੇ ਵੀ ਉਹਨਾਂ ਦੀ ਪਾਰਟੀ ਜੁਆਇਨ ਕੀਤੀ। ਪੰਜਾਬ ਦੇ ਵਿੱਚ ਇੱਕ ਵਾਰ TMC ਨੇ ਜਗਮੀਤ ਬਰਾੜ ਨੂੰ ਵੀ ਆਪਣਾ ਪ੍ਰਧਾਨ ਬਣਾਤਾ ਸੀ ਪੰਜਾਬ ਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਇੰਜ ਲੱਗਦਾ, ਅੱਛਾ ਵਿੱਚ ਖਬਰ ਵਰੁਣ ਗਾਂਧੀ ਦੀ ਵੀ ਆਈ ਸੀ ਕਿ ਉਹ ਵੀ ਯੂਪੀ ਦੇ ਵਿੱਚ TMC ਜੁਆਇਨ ਕਰਨਗੇ। ਤ੍ਰਿਣਮੂਲ ਕਾਂਗਰਸ ਪੂਰੇ ਭਾਰਤ ਵਿੱਚ ਫੈਲੇਗੀ ਨਹੀਂ ਫੈਲੇਗੀ, ਇਹ ਇੱਕ ਵੱਖਰੀ ਗੱਲ ਹੈ। ਇੱਕ ਗੱਲ ਬਿਲਕੁਲ ਦਰੁਸਤ ਆ ਕਿ ਕਾਂਗਰਸ ਹਾਲੇ ਵੀ ਆਪਣੀਆਂ ਗਲਤੀਆਂ ਤੋਂ ਸਬਕ ਜਿਹੜਾ ਆ ਉਹ ਨਹੀਂ ਸਿੱਖ ਰਹੀ। ਹਾਲੇ ਵੀ ਕਾਂਗਰਸ ਦੀ ਜਿਹੜੀ ਟੌਪ ਕਮਾਂਡ ਲੀਡਰਸ਼ਿਪ ਆ ਉਹ ਉਲਝੀ ਹੋਈ ਆ। ਹਾਲੇ ਵੀ ਕਾਂਗਰਸ ਦੇ ਵਿੱਚ ਜਿਹੜਾ ਉਹ G23 ਵਾਲਾ ਰੌਲਾ ਆ ਉਹ ਬਰਕਰਾਰ ਆ। ਮਨੀਸ਼ ਤਿਵਾੜੀ ਪੰਜਾਬ ਤੋਂ MP ਨੇ, ਤੇ ਉਹਨਾਂ ਦੀ ਇੱਕ ਕਿਤਾਬ ਨੇ ਕਾਂਗਰਸ ਨੂੰ ਫਿਰ ਕਟਹਿਰੇ 'ਚ ਖੜਾ ਕੀਤਾ ਕਿ ਬੰਬੇ ਦੇ ਹਮਲਿਆਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ, ਮਨਮੋਹਨ ਸਿੰਘ ਸਰਕਾਰ ਨੇ ਕੋਈ ਹਮਲਾ ਨਹੀਂ ਕੀਤਾ ਜਾਂ ਅੱਤਵਾਦੀਆਂ ਨਾਲ ਸਖਤੀ ਨਾਲ ਨਜਿੱਠਣ ਦੇ ਵਿੱਚ ਉਹ ਨਾਕਾਮਯਾਬ ਰਹੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਅਸੀਂ ਭਾਰਤ ਦੀ ਰਾਜਨੀਤੀ ਦੇ ਵਿੱਚ ਕੁਝ ਵੱਡੇ ਚਿਹਰਿਆਂ ਦੀ ਅਣਹੋਂਦ ਦੇਖਦੇ ਹਾਂ, ਜਾਂ ਇਦਾਂ ਕਹਿ ਲਓ ਕਿ ਬੀਜੇਪੀ ਦੇ ਸਾਹਮਣੇ ਖੜੇ ਹੋਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹਨੂੰ ਦਿਨ ਪ੍ਰਤੀ ਦਿਨ ਘਟਦੇ ਦੇਖਦੇ ਹਾਂ, ਉਸ ਵੇਲੇ ਕਾਫੀ ਲੋਕਾਂ ਦਾ TMC ਦੇ ਵਿੱਚ ਭਰੋਸਾ ਪ੍ਰਗਟ ਕਰਨਾ ਤੇ ਮਮਤਾ ਬੈਨਰਜੀ ਦਾ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਨਾ, ਹੋ ਸਕਦਾ ਹੈ ਉਹ ਸੋਚਦੇ ਹੋਣ ਕਿ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਪੂਰੇ ਭਾਰਤ ਵਿੱਚ ਪੇਸ਼ ਆਉਣ। ਹਾਲ ਦੀ ਘੜੀ ਇਹ ਚੀਜ਼ਾਂ ਜਿਹੜੀਆਂ ਬਹੁਤੀਆਂ ਸਮਝ ਨਹੀਂ ਆਉਂਦੀਆਂ, ਲੱਗਦਾ ਨਹੀਂ ਇਦਾਂ ਹੋ ਸਕੇਗਾ, ਪਰ ਸਮੇਂ ਨੂੰ ਬਦਲਦਿਆਂ ਸਮਾਂ ਨਹੀਂ ਲੱਗਦਾ। 24 ਹਾਲੇ ਦੂਰ ਆ, ਹੋ ਸਕਦਾ ਕੁਝ ਅਜਿਹੇ ਗੱਠਬੰਧਨ ਬਣ ਜਾਣ। ਪਹਿਲਾਂ ਤੇ ਇਹ 2-3 ਮਹੀਨਿਆਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਇਹ ਬਹੁਤ ਕੁਝ ਨਿਰਧਾਰਿਤ ਕਰਨਗੀਆਂ। ਉਸ ਤੋਂ ਬਾਅਦ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਵੀ ਨੇ। ਇਸ ਸਮੇਂ ਦੇ ਦੌਰਾਨ ਜਿੱਦਾਂ ਉਹ ਇੱਕ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਗੱਲ ਕਰਦੇ ਸੀਗੇ ਕਿ ਜੇਕਰ ਕੁਝ
ਚੀਜ਼ਾਂ ਬਦਲੀਆਂ ਜਾਣ ਤੇ ਕੁਝ ਸਮਾਂ ਜ਼ਰੂਰ ਲੱਗੇਗਾ ਬੀਜੇਪੀ ਨੂੰ ਇੰਨੀ ਜਲਦੀ ਸੈਂਟਰ ਦੀ ਰਾਜਨੀਤੀ ਦੇ ਸੈਂਟਰ ਦੇ ਵਿੱਚੋਂ ਮਾਈਨਸ ਨਹੀਂ ਕੀਤਾ ਜਾ ਸਕਦਾ ਜਾਂ ਪਾਸੇ ਨਹੀਂ ਕੀਤਾ ਜਾ ਸਕੇਗਾ। ਪਰ ਫਿਰ ਵੀ ਇੱਕ ਗੱਲ ਤੇ ਕਨਫਰਮ ਆ ਕਿ ਸਮੇਂ ਦੇ ਨਾਲ ਨਾਲ ਬਦਲਾਵ ਤੇ ਆਉਣੇ ਨੇ। ਜੇ ਮਮਤਾ ਬੈਨਰਜੀ ਦੇ ਮੋਢੇ ਤੇ ਆ ਕੇ ਉਹ ਬਦਲਾਵ ਆਉਣਗੇ ਤੇ ਕੋਈ ਵੱਡੀ ਗੱਲ ਨਹੀਂ ਆ, ਕੁਝ ਵੀ ਸੰਭਵ ਹੈ। ਜੀ ਸ਼ਰਮਾ ਜੀ, ਭਾਵੇਂ ਸੂਬਾ ਹੋਵੇ ਕੋਈ ਜਾਂ ਫਿਰ ਪੂਰਾ ਦੇਸ਼ ਹੋਵੇ, ਲੋਕ ਹਮੇਸ਼ਾ ਇਹੀ ਚਾਹੁੰਦੇ ਨੇ ਕਿ ਜਿਹੜਾ ਵੀ ਬੰਦਾ ਸੱਤਾ ਤੇ ਬੈਠਾ ਹੈ, ਕੁਰਸੀ ਤੇ ਬੈਠਾ ਹੈ, ਉਹਨਾਂ ਦੇ ਭਲੇ ਲਈ ਸੋਚੇ। ਸੋ 2022 ਦੇ ਵਿੱਚ ਜਾਂ ਫਿਰ 2024 ਦੇ ਵਿੱਚ ਜੋ ਕੁਝ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਲੋਕ ਇਸ ਵੇਲੇ ਕਾਫੀ ਸ਼ਸ਼ੋਪੰਜ ਵਿੱਚ ਹੋਣਗੇ ਕਿ ਆਖਿਰ ਕਿਸ ਨੂੰ ਵੋਟ ਪਾਈ ਜਾਵੇ। ਸੋ ਸ਼ਰਮਾ ਜੀ, ਤੁਸੀਂ ਸਟੂਡੀਓ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ।